ਪਿਛਲੀਆਂ ਇਲੈਕਸ਼ਨ ਤੋਂ ਵੀ ਪਹਿਲਾਂ 17 ਚ ਵੀ ਇਹੀ ਗੱਲ ਹੁੰਦੀ ਸੀ ਕਿ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਤੇ ਪਾਉਣੀਆਂ ਚਾਹੁੰਦੇ ਨੇ, ਪਰ ਉਹਨਾਂ ਨੂੰ ਇਹਨਾਂ ਦਾ ਫੇਸ ਜਿਹੜਾ ਆ, ਚਿਹਰਾ ਜਿਹੜਾ ਆ ਉਹ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਦਾ ਕੋਈ ਵੱਡੇ ਜਿਹੜੇ ਚਿਹਰੇ ਨੇ ਉਹਦੀ ਕਮੀ ਆ। ਕੇਡਰ ਹੈਗਾ, ਲੋਕ ਚਾਹੁੰਦੇ ਨੇ ਬਦਲ, ਲੋਕਾਂ ਦੇ ਜਿਹੜਾ ਬਦਲ ਚਾਹੁਣ ਦੀ ਵਜ੍ਹਾ ਆ ਉਹ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਨਵੀਂ ਪਾਰਟੀ ਆ, ਉਹਨਾਂ ਦੇ ਸਿਰ ਤੇ ਕੋਈ ਬਲੇਮ ਨਹੀਂ ਜਾਪਦਾ। ਪੰਜਾਬ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਹਾਂ SGPC, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇੱਥੇ ਪੰਜਾਬੀ 'ਚ ਆ ਤੇ ਦਿੱਲੀ ਜਾਂਦੇ ਜਾਂਦੇ ਇਹਦਾ ਨਾਮ ਜਿਹੜਾ ਸੀ ਉਹਦਾ ਅੰਗਰੇਜ਼ੀਕਰਨ ਹੋ ਗਿਆ। ਤੇ ਕਿਸਾਨੀ ਦੀ ਜੇ ਅਸੀਂ ਗੱਲ ਕਰੀਏ ਤੇ ਇਸ ਕੋਵਿਡ ਦੇ ਦੌਰਾਨ ਇਹ ਗੱਲ ਸਿੱਧ ਹੋਈ ਕਿ ਦੁਨੀਆ ਦੇ ਵਿੱਚ ਕੋਈ ਸਭ ਤੋਂ ਜ਼ਰੂਰੀ ਚੀਜ਼ ਜੇ ਹੈ ਤਾਂ ਉਹ ਫੂਡ ਹੈ। ਤੇ ਜਦੋਂ ਅਸੀਂ ਇਸ ਗੱਲ ਨੂੰ ਕਈ ਵਾਰ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਦੁਨੀਆ ਦੇ ਵਿੱਚ ਇਸ ਵੇਲੇ ਜੇ ਸਭ ਤੋਂ ਵੱਡਾ ਕੋਈ ਕਿਸਾਨ ਆ ਤੇ ਉਹ ਬਿਲ ਗੇਟਸ ਹੈ। ਦੁਨੀਆ ਦਾ ਸਭ ਤੋਂ ਅਮੀਰ ਬੰਦਾ ਸੀ ਤੇ ਉਹਨੇ ਅਮਰੀਕਾ ਦੇ ਵਿੱਚ ਕੋਈ 3 ਲੱਖ ਦੇ ਕਰੀਬ ਏਕੜ ਜ਼ਮੀਨ ਜਿਹੜੀ ਆ ਉਹ 8-9 ਸਟੇਟਾਂ ਦੇ ਵਿੱਚ ਖਰੀਦੀ ਆ। ਤੇ ਉਹਦਾ ਆਉਣ ਵਾਲਾ ਜਿਹੜਾ ਡੈਸਟੀਨੇਸ਼ਨ ਆ ਜਾਂ ਉਹਦਾ ਜਿਹੜਾ ਪਲਾਨ ਆ, ਉਹਦਾ ਜਿਹੜਾ ਇਰਾਦੇ ਨੇ ਉਹ ਫੂਡ ਬਿਜ਼ਨਸ ਦੇ ਵਿੱਚ ਆਉਣ ਦੇ ਨੇ, ਜਾਂ ਘੱਟੋ ਘੱਟ ਉਸ ਚੀਜ਼ ਦੇ ਉੱਤੇ ਕਬਜ਼ਾ ਕਰਨ ਦੇ ਨੇ, ਜਾਂ ਇਸ ਬਿਜ਼ਨਸ ਦੇ ਵਿੱਚ ਆਉਣ ਦੇ ਨੇ ਜਿਹੜਾ ਕਿ ਦੁਨੀਆ ਦਾ ਸਭ ਤੋਂ ਜ਼ਰੂਰੀ ਬਿਜ਼ਨਸ ਹੈ। ਉਹਨਾਂ ਨੇ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਭਾਰਤ ਦੀਆਂ ਜਿਹੜੀਆਂ ਨੈਸ਼ਨਲ ਐਸੈਟਸ ਨੇ ਉਹਨਾਂ ਨੂੰ ਕਿਰਾਏ ਤੇ ਦੇਣ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੀਆਂ ਅਨਯੂਜ਼ਡ ਐਸੈਟਸ ਨੇ ਅਸੀਂ ਉਹਨਾਂ ਨੂੰ ਯੂਜ਼ਫੁਲ ਕਰਾਂਗੇ, ਉਹਨਾਂ ਨੂੰ ਫੁੱਲੀ ਯੂਟਿਲਾਈਜ਼ ਕਰਾਂਗੇ। ਪਰ ਫੁੱਲੀ ਯੂਟਿਲਾਈਜ਼ ਕਰਾਂਗੇ ਕਿਵੇਂ? ਪ੍ਰਾਈਵੇਟ ਸੈਕਟਰ ਨੂੰ ਦੇ ਕਿਰਾਏ ਤੇ। ਉਹ ਕਿਹੜੀਆਂ ਚੀਜ਼ਾਂ ਨੇ? ਬਹੁਤ ਲੰਬੀ ਚੌੜੀ ਲਿਸਟ ਆ। ਬਹੁਤ ਸਾਰੇ PSUs ਨੇ, ਬਹੁਤ ਸਾਰੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਉਹਨਾਂ ਨੇ ਰੈਂਟ ਆਊਟ ਕਰਨ ਦੀ ਗੱਲ ਕੀਤੀ। सत श्री अकाल, मैं हरप्रीत कौर लैके हाजिर हाँ प्रोग्राम विचार चर्चा। आप सुप्रीमो अरविंद केजरीवाल अज पंजाब आए ने ते सेवा सिंह सेखवा नूं मिले ने। की होएगा इसका नतीजा? किसान अंदोलन नूं 9 महीने पूरे हो चुके ने ते की है किसानां दी नवीं रणनीति ते हरीश रावत ने नवजोत सिंह सिद्धू दे सलाहकारां नूं की दबके मारे ने। इन्हां ते होर बहुत सारे सवालों के जवाब जाणांगे अज दे इस प्रोग्राम दे विच। ते प्रोग्राम विच चर्चा करन लई मेरे नाल ने जी अमृतपाल शर्मा जी। सत श्री अकाल सर, बहुत बहुत स्वागत है। सत श्री अकाल हरप्रीत जी, की हाल चाल? बस जी वधिया, बहुत वधिया। बिल्कुल मेरा तो बहुत वधिया, पर पता नहीं हुण अगों अरविंद केजरीवाल जी जिहड़े अज पंजाब फेरी ते आए हुए ने ते उन्होंने सेवा सिंह सेखवा नाल मुलाकात की है। बहुत वड्डी खबर असीं कह सकते हैं कि अज तीजी बार अरविंद केजरीवाल पंजाब आ रहे हैं ते आके ते उन्होंने सेवा सिंह सेखवा नाल मुलाकात की। उस तो बाद सेवा सिंह सेखवा आम आदमी पार्टी विच शामिल हो गए हैं। की कहना चाहोगे? देखो जी, तुसीं दस्सिया कि तुहाडा हाल बिल्कुल ठीक है। तो आम आदमी पार्टी का हाल पंजाब च अज उन्होंने काफ़ी ठीक लग रहा। उन्होंने लगता कि उन्होंने एक वड्डे लीडर नूं अपने नाल जोड़ लिया, क्योंकि असी ते आम लोग इस गल नूं बहुत दिनों तो या बहुत देर तो सोचते हैं। इनफैक्ट जे होर पिछे चले जाइए तो पिछलियां इलैक्शन तो भी पहला 17 च भी यही गल हुंदी सी कि लोग आम आदमी पार्टी नूं वोटां ते पाउणीਆਂ चाहुंदे ने, पर उन्होंने इन्हां दा फेस जिहड़ा आ, चेहरा जिहड़ा आ ਉਹ नज़र नहीं आ रहा। ਮੁੱਖ ਮੰਤਰੀ ਦਾ ਕੋਈ ਵੱਡੇ ਜਿਹੜੇ ਚਿਹਰੇ ਨੇ ਉਹਦੀ ਕਮੀ ਆ। ਕੇਡਰ ਹੈਗਾ, ਲੋਕ ਚਾਹੁੰਦੇ ਨੇ ਬਦਲ, ਲੋਕਾਂ ਦੇ ਜਿਹੜਾ ਬਦਲ ਚਾਹੁਣ ਦੀ ਵਜ੍ਹਾ ਆ ਉਹ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਨਵੀਂ ਪਾਰਟੀ ਆ, ਉਹਨਾਂ ਦੇ ਸਿਰ ਤੇ ਕੋਈ ਬਲੇਮ ਨਹੀਂ ਜਾਪਦਾ। ਤੇ ਜਿਹੜੀਆਂ ਕਨਵੈਨਸ਼ਨਲ ਪਾਰਟੀਆਂ ਨੇ, ਹਾਲਾਂਕਿ ਮੈਂ ਇਹਨੂੰ ਅਨਕਨਵੈਨਸ਼ਨਲ ਨਹੀਂ ਕਹਿੰਦਾ, ਇਹ ਵੀ ਨਾਮ ਤਾਂ ਆਮ ਤੌਰ ਤੇ ਰਾਜਨੀਤੀ ਕਰਨ ਵਾਲੀ ਹੀ ਪਾਰਟੀ ਆ, ਪਰ ਅਨਕਨਵੈਨਸ਼ਨਲ ਨਾ ਕਹਿ ਕੇ ਅਸੀਂ ਪੁਰਾਣੀਆਂ ਪਾਰਟੀਆਂ ਗੱਲ ਕਰ ਲਈਏ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਲੰਬਾ ਸਮਾਂ ਰਾਜ ਕੀਤਾ ਤੇ ਜਿਹੜਾ ਬਾਕੀ ਬਚਦਾ ਸਮਾਂ ਆ ਅਲਟਰਨੇਟਲੀ ਕਾਂਗਰਸ ਨੇ ਵੀ ਉਹਦੇ ਵਿੱਚ ਕਾਫੀ ਲੰਬਾ ਸਮਾਂ ਹੀ ਰਾਜ ਕੀਤਾ। ਵਾਰੀ ਚੱਲਦੇ ਰਹੇ। ਸ਼੍ਰੋਮਣੀ ਅਕਾਲੀ ਦਲ ਨੂੰ 2 ਵਾਰ ਲਗਾਤਾਰ ਵੀ ਰਾਜ ਕਰਨ ਦਾ ਮੌਕਾ ਮਿਲਿਆ, ਸੱਤਾ ਉਹਨਾਂ ਨੂੰ ਮਿਲੀ। ਤੇ ਪੰਜਾਬ ਦੇ ਬੁਰੇ ਦੌਰ ਦੇ ਵਿੱਚ ਬਹੁਤ ਵਾਰ ਜਿਹੜਾ ਆ ਇੱਥੇ ਰਾਸ਼ਟਰਪਤੀ ਸ਼ਾਸਨ ਜਾਂ ਰਾਜਪਾਲ ਦਾ ਜਿਹੜਾ ਰਾਜ ਆ ਉਹ ਵੀ ਲੱਗਿਆ, ਜਾਰੀ ਰਿਹਾ। ਤੇ ਇਸੇ ਕਰਕੇ ਕਾਂਗਰਸ ਦੀ ਜਿਹੜੀ ਆਪਸ ਦੇ ਵਿੱਚ ਕਲਾ ਆ ਉਹਦੇ ਵਿੱਚ ਬੀਤੇ ਦਿਨ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਇਹ ਗੱਲ ਕਾਂਗਰਸ ਦੇ ਮੰਤਰੀਆਂ ਨੇ ਸ਼ਰੇਆਮ ਕਹੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ 60 ਗਾਠ ਆ, ਜਿਹੜੀ ਉਹਨਾਂ ਦੀ ਸਾਂਝ ਆ, ਜਿਹੜੀ ਉਹਨਾਂ ਦੀ ਭਿਆਲੀ ਆ, ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਰਾਬਰ ਆ। ਅਸੀਂ ਪਿਛਲੀਆਂ ਇਲੈਕਸ਼ਨ ਦੇ ਵਿੱਚ ਵੀ ਦੇਖਿਆ ਸੀਗਾ ਕਿ ਕਿੱਥੋਂ ਕੌਣ ਜਾ ਕੇ ਲੜਿਆ, ਜਦੋਂ ਜਿਹੜਾ ਕਿ ਸਿੱਧਾ ਨਜ਼ਰ ਆਉਂਦਾ ਸੀਗਾ ਕਿ ਇਸ ਇਲੈਕਸ਼ਨ ਦੇ ਵਿੱਚ 2 ਬੰਦਿਆਂ ਦੀ ਫਾਈਟ ਹੁੰਦੀ ਤੇ ਹਾਲਾਤ ਕੁਝ ਹੋਰ ਹੁੰਦੇ, ਜਦੋਂ ਤੀਸਰਾ ਬੰਦਾ ਉੱਥੇ ਆ ਕੇ ਇੱਕ ਪਲਾਂਟ ਕੀਤਾ ਜਾਂਦਾ ਤੇ ਉਹਦੇ ਜਿਹੜੇ ਨਤੀਜੇ ਨੇ ਕੁਝ ਹੋਰ ਹੁੰਦੇ ਨੇ। ਅਸੀਂ ਜੇ ਤੁਹਾਡੀ ਅੱਜ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਸੁਪਰੀਮੋ ਲਗਭਗ ਸਵੇਰੇ ਟਾਈਮ ਨਾਲ ਹੀ ਅੰਮ੍ਰਿਤਸਰ ਪਹੁੰਚ ਗਏ ਸੀ। ਉਸ ਤੋਂ ਬਾਅਦ ਉਹ
ਸੇਵਾ ਸਿੰਘ ਸੇਖਵਾਂ ਦੇ ਘਰ ਗਏ। ਜੇ ਬੀਤੇ 2-3 ਮਹੀਨਿਆਂ ਦੀ ਗੱਲ ਕਰੀਏ ਤੇ ਤੀਜੀ ਵਾਰੀ ਉਹ ਪੰਜਾਬ ਆਏ ਨੇ। ਇੱਕ ਵਾਰ ਇੱਕ ਰੈਲੀ ਸੀ ਬਾਘਾ ਪੁਰਾਣਾ, ਉੱਥੇ ਆਏ ਸੀ। ਉਸ ਤੋਂ ਬਾਅਦ ਉਹ ਕੁੰਵਰ ਵਿਜੇ ਪ੍ਰਤਾਪ ਨੂੰ ਸ਼ਾਮਲ ਕੀਤਾ ਸੀ ਉਹਨਾਂ ਨੇ ਅੰਮ੍ਰਿਤਸਰ ਤੋਂ, ਤੇ ਤੀਜਾ ਉਹਨਾਂ ਦਾ ਜਿਹੜਾ ਫੇਰੀ ਆ ਉਹ ਸੇਵਾ ਸਿੰਘ ਸੇਖਵਾਂ ਜਿਹੜਾ ਕਿ ਕਾਦੀਆਂ ਹਲਕੇ ਦਾ ਪਿੰਡ ਆ, ਕਾਨੂੰਨ ਕਾਦੀਆਂ ਗੁਰਦਾਸਪੁਰ ਦੇ, ਉੱਥੇ ਉਹਨਾਂ ਦੇ ਘਰ ਗਏ ਨੇ। ਥੋੜ੍ਹੀ ਦੇਰ ਉਹਨਾਂ ਨਾਲ ਮੀਟਿੰਗ ਗੱਲਬਾਤ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਕਾਫੀ ਉਹਨਾਂ ਦੀਆਂ ਸਿਫਤਾਂ ਕੀਤੀਆਂ। ਜੇ ਸੇਵਾ ਸਿੰਘ ਸੇਖਵਾਂ ਦੀ ਗੱਲ ਕਰੀਏ ਤੇ ਇਹ ਵੀ ਦਲਿਤ ਰਾਜਨੀਤੀ ਦਾ ਇੱਕ ਵੱਡਾ ਚਿਹਰਾ ਨੇ ਮਾਝੇ ਤੋਂ। ਉਹਨਾਂ ਦੇ ਫਾਦਰ ਸਾਹਿਬ ਉਜਾਗਰ ਸਿੰਘ ਸੇਖਵਾਂ ਵੀ 2 ਵਾਰ ਇੱਥੋਂ ਦੋ ਵਾਰ MLA ਰਹੇ, ਤੇ ਸੇਖਵਾਂ ਸਾਹਿਬ ਆਪ ਕਈ ਵਾਰ MLA ਬਣੇ, ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹਨਾਂ ਦਾ ਇੱਕ ਵੱਡਾ ਨਾਮ ਸੀ। ਇਹਨਾਂ ਕੋਲ ਅਹੁਦੇ ਵੀ ਰਹੇ, ਇਹਨਾਂ ਨੇ ਮਿਨਿਸਟਰੀ ਵੀ ਮਾਣੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਬਾਦਲ ਸਾਹਿਬ ਤੋਂ ਬਾਅਦ ਜਦੋਂ ਪਾਰਟੀ ਪ੍ਰਧਾਨ ਬਣਾਇਆ ਜਾਂਦਾ ਸੁਖਬੀਰ ਨੂੰ, ਤੇ ਇਹਨਾਂ ਨੇ ਉਹਦੀ ਕਾਰਜਸ਼ੈਲੀ ਦੇ ਉੱਤੇ ਜਾਂ ਹੋਰ ਕਾਫੀ ਚੀਜ਼ਾਂ ਨੂੰ ਲੈ ਕੇ 18 ਦੇ ਵਿੱਚ ਜਦੋਂ ਜਿਹੜੀ ਸਵਾਲ ਚੁੱਕੇ ਤੇ ਪਾਰਟੀ ਨੂੰ ਛੱਡਣ ਦਾ ਕੰਮ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ। ਇਹਨਾਂ ਤੋਂ ਬਾਅਦ ਫਿਰ ਬ੍ਰਹਮ ਮਹਿੰਦਰਾ ਜੀ, ਢੀਂਡਸਾ ਸਾਹਿਬ ਤੇ ਹੋਰ ਬਹੁਤ ਸਾਰੇ ਲੋਕ, ਬੋਨੀ ਅਜਨਾਲਾ, ਹੋਰ ਕਈ ਲੋਕਾਂ ਨੇ ਉਹਨਾਂ ਦਾ ਜਿਹੜਾ ਸਾਥ ਦਿੱਤਾ, ਤੇ ਇਹਨਾਂ ਨੇ ਇੱਕ ਵੱਖਰੀ ਪਾਰਟੀ ਵੀ ਬਣਾਈ ਸੀ, ਟਕਸਾਲੀ ਅਕਾਲੀ ਦਲ। ਪਰ ਫਿਰ ਵੀ ਉਹ ਜਿਹੜੀ ਆ ਹਾਲੇ ਤੱਕ ਉਹਨਾਂ ਦੀ ਭਾਲ ਉਹ ਖਤਮ ਨਹੀਂ ਸੀ ਹੋਈ, ਤੇ ਢੀਂਡਸਾ ਸਾਹਿਬ ਲਈ ਅੱਜ ਇੱਕ ਵੱਡਾ ਝਟਕਾ ਹੋਵੇਗਾ। ਕਿਉਂਕਿ ਉਹਨਾਂ ਨਾਲ ਸੰਯੁਕਤ ਪਾਰਟੀ ਬਣਾਈ ਸੀ, ਤੇ ਉਹ ਆਪਣੇ ਤੌਰ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਲੱਗੇ ਹੋਏ ਸੀਗੇ ਕਿ ਬਹੁਤ ਸਾਰੀਆਂ ਪਾਰਟੀਆਂ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਇੱਕ ਫਰੰਟ ਬਣਾਈਏ। ਬਿਲਕੁਲ ਅਸੀਂ ਦੇਖਦੇ ਰਹੇ ਹਾਂ ਕਿ ਅਕਾਲੀ ਦਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਈ ਵਾਰ ਟੁੱਟਿਆ, ਉਹਦੇ ਚੋਂ ਨਿਕਲ ਕੇ ਕਈ ਲੋਕ ਗਏ, ਪਰ ਅਕਾਲੀ ਦਲ ਜਿਹੜਾ ਆ ਉਹ ਅਕਾਲੀ ਦਲ ਹੀ ਰਿਹਾ। ਹੋਰ ਬੰਦਿਆਂ ਤੋਂ ਬਹੁਤੀ ਵਾਰ ਉਹ ਕਾਮਯਾਬੀ ਜਿਹੜੀ ਆ ਉਹ ਨਹੀਂ ਮਿਲੀ। ਤੇ ਮਨਪ੍ਰੀਤ ਬਾਦਲ ਨੇ ਜਦੋਂ ਪਾਰਟੀ ਛੱਡੀ ਸੀ ਉਦੋਂ ਵੀ ਲੱਗਦਾ ਸੀਗਾ ਕਿ ਸ਼ਾਇਦ PPP ਜਿਹੜੀ ਆ ਉਹ ਇੱਕ ਕਾਮਯਾਬ ਮਾਡਲ ਬਣ ਜਾਏਗਾ, ਕਿਉਂਕਿ ਉਹਨਾਂ ਦੀ ਜਿਹੜੀਆਂ ਰੈਲੀਆਂ ਸੀ ਉਹ ਬੜੀਆਂ ਭਰਦੀਆਂ ਸੀ। ਤੇ ਖਟਕੜ ਕਲਾਂ ਜਿਸ ਦਿਨ ਉਸ ਪਾਰਟੀ ਦਾ ਐਲਾਨ ਹੀ ਕੀਤਾ ਸੀਗਾ, ਉਸ ਦਿਨ ਉਹ ਇੱਕ ਟੋਟਲੀ ਜੈਮ ਰੈਲੀ ਸੀ, ਬਹੁਤ ਰਸ਼ ਸੀ ਉਹਦੇ ਵਿੱਚ। ਪਰ ਜਦੋਂ ਮੁੜ ਕੇ ਵੋਟਾਂ ਕੱਢੀਆਂ ਉਹਦੇ ਚ ਥੈਲੀ ਦੇ ਵਿੱਚੋਂ ਇਲੈਕਸ਼ਨਸ ਤੋਂ ਬਾਅਦ, ਤੇ ਉੱਥੇ ਕੁਝ ਨਹੀਂ ਨਿਕਲਿਆ। PPP ਦੀ PP ਹੋ ਗਈ, ਬਸ PPP ਦੀ PP ਵੱਜ ਗਈ ਜੀ। ਉਸ ਤੋਂ ਬਾਅਦ ਉਹਨਾਂ ਨੇ ਵੀ ਕਾਂਗਰਸ ਜੁਆਇਨ ਕੀਤੀ। ਆਮ ਆਦਮੀ ਪਾਰਟੀ ਨੇ ਕਾਫੀ ਐਲਾਨ ਜਿਹੜੇ ਨੇ ਉਹ ਕੀਤੇ ਹੋਏ ਨੇ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਦਲਿਤ ਚਿਹਰਾ ਦੇਵਾਂਗੇ, ਸਿੱਖ ਚਿਹਰਾ ਦੇਵਾਂਗੇ। ਹੁਣ ਇਸ ਗੱਲ ਨੂੰ ਕਿਵੇਂ ਦੇਖਿਆ ਜਾਵੇਗਾ ਕਿ ਕੀ ਸੇਵਾ ਸਿੰਘ ਸੇਖਵਾਂ ਉਹਨਾਂ ਦੀ ਜਿਹੜੀ ਹੈ ਤਲਾਸ਼ ਨੂੰ ਖਤਮ ਕਰਨਗੇ ਜਾਂ ਇਹ ਇੱਕ ਲੀਡਰ ਹੋਣਗੇ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਜਿੰਨੀ ਕੁ ਉਹਨਾਂ ਨੇ ਉਹਨਾਂ ਦੀ ਸਿਫਤ ਕੀਤੀ ਆ ਉੱਥੇ, ਤੇ ਜਿੰਨੀ ਕੁ ਸੇਵਾ ਸਿੰਘ ਸੇਖਵਾਂ ਨੇ ਗੱਲ ਕੀਤੀ ਕਿ ਮੈਂ 2 ਪੀੜ੍ਹੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਾਥ ਦਿੰਦਾ ਰਿਹਾ, ਪਰ ਮੇਰੀ ਜਿਹੜੀ ਉੱਥੇ ਕਦਰ ਨਹੀਂ ਪਈ, ਜਾਂ ਮੇਰੇ ਕਹਿਣ ਮੁਤਾਬਕ, ਉਹਨਾਂ ਦੇ ਕਹਿਣ ਮੁਤਾਬਕ ਉੱਥੇ ਜਿਹੜੀ ਗੱਲ ਸੀ ਉਹ ਬਣੀ ਨਹੀਂ। ਦੇਖੋ 2-3 ਗੱਲਾਂ ਫੇਰ ਨੇ। ਤੁਹਾਡੀ ਜਿਹੜੀ ਸੇਵਾ ਆ ਉਹ ਤੁਸੀਂ ਕੀਤੀ, ਤੁਸੀਂ MLA ਬਣੇ, ਤੁਸੀਂ ਮੁੜ ਕੇ ਮਿਨਿਸਟਰ ਵੀ ਬਣੇ, ਪਾਰਟੀ ਨੂੰ ਛੱਡ ਦਿੱਤਾ, ਤੇ ਹੁਣ ਫਿਰ ਜਦੋਂ ਚੋਣਾਂ ਆਈਆਂ ਤੁਸੀਂ ਫਿਰ ਵੱਖਰੀ ਪਾਰਟੀ ਬਣਾਈ ਸੀ। ਫਿਰ ਤੁਹਾਨੂੰ ਲੱਗਿਆ ਕਿ ਉਹ ਜਿਹੜੇ ਧੜਾ ਆ ਉਹ ਮਜ਼ਬੂਤ ਨਹੀਂ ਹੋ ਰਿਹਾ, ਤੇ ਤੁਸੀਂ ਇੱਕ ਹੋਰ ਧੜੇ ਦੇ ਵਿੱਚ ਸ਼ਾਮਲ ਹੋ ਗਏ। ਤੁਸੀਂ ਇਹਦੀ ਬਹੁਤੀ ਨੁਕਤਾਚੀਨੀ ਵੀ ਨਹੀਂ ਕਰ ਸਕਦੇ। ਇਹ ਗੱਲਾਂ ਵੋਟਰਾਂ ਨੇ ਡਿਸਕਸ ਕਰਨੀਆਂ ਕਿ ਅਸੀਂ ਇਹਨਾਂ ਬੰਦਿਆਂ ਨੂੰ ਕਿਵੇਂ ਦੇਖਣਾ। ਇਹ ਤਾਂ ਆਮ ਹੀ ਚੱਲਦਾ ਰਹਿੰਦਾ ਕਿ ਜਦੋਂ ਵੋਟਾਂ ਆਉਣ ਵਾਲੀਆਂ ਹੁੰਦੀਆਂ ਤਾਂ ਇੱਕ ਪਾਰਟੀ ਚੋਂ ਦੂਜੀ ਪਾਰਟੀ ਦੇ ਵਿੱਚ ਸਭ ਜਾਂਦੇ ਹੀ ਰਹੇ। ਬਿਲਕੁਲ। ਪਰ ਫਿਰ ਇਹ ਰਟਾਏ ਡਾਇਲੌਗ ਨੇ ਕਿ ਮੈਂ ਉੱਥੇ ਸੀਗਾ, ਮੈਂ ਬਹੁਤ ਸੇਵਾ ਕੀਤੀ ਤੇ ਮੈਨੂੰ ਉਹਦਾ ਜਿਹੜਾ ਫਲ ਨਹੀਂ ਮਿਲਿਆ। ਤੁਸੀਂ ਮਿਨਿਸਟਰ ਬਣ ਗਏ, ਹੋਰ ਤੁਸੀਂ ਕੀ ਫਲ ਚਾਹੁੰਦੇ ਹੋ? ਬਿਲਕੁਲ। ਫਿਰ ਇਸ ਤੋਂ ਬਾਅਦ ਮੁੱਖ ਮੰਤਰੀ ਬਣ ਜਾਓਗੇ। ਪਰ ਗੱਲ ਤਾਂ ਇਹ ਆ ਕਿ ਕੀ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੀ ਗੱਲ ਸੇਵਾ ਸਿੰਘ ਸੇਖਵਾਂ ਸਾਹਿਬ ਪੰਜਾਬ ਦੀ ਰਾਜਨੀਤੀ ਨੂੰ, ਇਹ ਗੱਲ ਠੀਕ ਆ ਕਿ ਉਹ ਇੱਥੇ ਰਹੇ ਨੇ, ਇੱਥੋਂ MLA ਬਣੇ ਨੇ, ਇਹਨਾਂ ਚੀਜ਼ਾਂ ਨੂੰ ਸਮਝਦੇ ਨੇ। ਕਈ ਵਾਰ ਵਿਵਾਦ ਵੀ ਉਹਨਾਂ ਨਾਲ ਜੁੜੇ ਰਹੇ। ਟੈਕਨੀਕਲ ਮਿਨਿਸਟਰ ਵੀ ਸੀ ਜਾਂ ਐਜੂਕੇਸ਼ਨ ਮਿਨਿਸਟਰ ਦੇ ਵਿੱਚ ਵੀ, ਐਜੂਕੇਸ਼ਨ ਮਿਨਿਸਟਰ ਵੀ ਸੀ ਉਹ, ਤੇ ਮੌਜੂਦਾ ਤੌਰ ਤੇ ਜਿਹੜੇ ਪੰਜਾਬ ਦੇ DGSC ਨੇ ਕ੍ਰਿਸ਼ਨ ਕੁਮਾਰ, ਇਹਨਾਂ ਨਾਲ ਵੀ ਇਹਨਾਂ ਦਾ ਟਕਰਾਵ ਹੋਇਆ। ਤੇ ਫਿਰ ਕਈ ਵਾਰ ਮਿਨਿਸਟਰਸ ਹੋਰ ਤਰੀਕੇ ਨਾਲ ਕੰਮ ਕਰਦੇ ਨੇ, ਤੇ ਜਿਹੜੇ ਦਫ਼ਤਰੀ ਅਮਲਾ ਆ ਉਹ ਹੋਰ ਤਰੀਕੇ ਨਾਲ ਕੰਮ ਕਰਾਉਣਾ ਚਾਹੁੰਦਾ, ਟਕਰਾਵ ਹੋ ਜਾਂਦਾ। ਪਰ ਆਮ ਤੌਰ ਤੇ ਹੁਣ ਇਸ ਜਿਹੜੀ ਬਦਲਾਅ ਆ, ਇਹਨੂੰ ਜੇ ਆਮ ਆਦਮੀ ਪਾਰਟੀ ਦੇ ਤੌਰ ਤੇ ਦੇਖੀਏ ਤੇ ਉਹਨਾਂ ਲਈ ਇੱਕ ਇਹ ਜਿਹੜੀ ਆ ਚੰਗੀ ਗੱਲ ਹੋਵੇਗੀ ਕਿ ਉਹਨਾਂ ਨੂੰ ਇੱਕ ਵੱਡੇ ਲੀਡਰ ਦਾ ਸਾਥ ਜਿਹੜਾ ਆ ਉਹ ਮਾਝੇ ਚੋਂ ਮਿਲਿਆ, ਤੇ ਉਹ ਇੱਕ ਇਹੋ ਜਿਹਾ ਚਿਹਰਾ ਨੇ ਜਿਹੜੇ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ, ਤੇ ਉਹਨਾਂ ਦੇ ਕੋਲ ਆਪਣੀ ਇੱਕ ਚੰਗੀ ਸਿਆਣ ਵੀ ਹੈ ਤੇ ਇੱਕ ਵੋਟ ਬੈਂਕ ਵੀ ਹੈ। ਹਾਲਾਂਕਿ ਪਿਛਲੀ ਇਲੈਕਸ਼ਨ ਉਹ ਆਪ ਹਾਰ ਵੀ ਚੁੱਕੇ ਨੇ। ਅੰਮ੍ਰਿਤ ਜੀ, ਜੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ, ਚਲੋ ਉਹ ਤਾਂ ਵੱਖਰੀਆਂ ਪਾਰਟੀਆਂ ਨੇ, ਉਹਨਾਂ ਦੇ ਤਾਂ ਇੱਕ ਦੂਜੇ ਨੂੰ A ਟੀਮ B ਟੀਮ ਉਹ ਕਹਿੰਦੇ ਹੀ ਆਏ ਨੇ। ਪਰ ਜੇ ਅਸੀਂ ਗੱਲ ਕਰੀਏ ਕਾਂਗਰਸ ਦੀ, ਤਾਂ ਉੱਥੇ ਤਾਂ ਕਾਫੀ ਹੋ ਹੱਲਾ ਮਚਿਆ ਹੋਇਆ ਹੈ। ਗੱਲ ਜੇ ਕਰੀਏ ਟਕਰਾਅ ਦੀ, ਤਾਂ ਕਾਂਗਰਸ ਆਪਸ 'ਚ ਇਸ ਟਾਈਮ 'ਚ ਇੰਨਾ ਟਕਰਾਅ ਚੱਲ ਪਿਆ ਕਿ ਹਰੀਸ਼ ਰਾਵਤ ਨੇ ਉਹਨਾਂ ਨੂੰ ਆ ਕੇ ਜਿਹੜੇ ਵਿਧਾਇਕ ਮਿਲੇ, ਤੇ ਉਸ ਬਾਅਦ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹੜੀਆਂ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ 'ਚ ਲੜੀਆਂ ਜਾਣਗੀਆਂ। ਨਾਲ ਹੀ ਉਹਨਾਂ ਨੇ
ਸਿੱਧੂ ਦੇ ਸਲਾਹਕਾਰਾਂ ਨੂੰ ਵੀ ਨਸੀਹਤ ਦੇਤੀ, ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਕੀ ਕਹਿਣਾ ਚਾਹੋਗੇ? ਦੇਖੋ ਜੀ, ਤੁਸੀਂ ਜਿਹੜੀ ਕਾਂਗਰਸ ਦੀ ਗੱਲ ਕੀਤੀ ਆ ਉਹ ਬਿਲਕੁਲ ਸੱਤਾਧਾਰੀ ਧਿਰ ਆ। ਏ ਟੀਮ, ਬੀ ਟੀਮ, ਸੀ ਟੀਮ ਸਾਰੇ ਇੱਕ ਦੂਸਰੇ ਨੂੰ ਕਹਿੰਦੇ ਨੇ। ਕਾਂਗਰਸ ਵਾਲੇ ਉਹਨਾਂ ਨੂੰ ਕਹਿ ਦਿੰਦੇ ਨੇ, ਉਹ ਉਹਨਾਂ ਨੂੰ ਕਹਿ ਦਿੰਦੇ ਨੇ। ਜੇ ਮੌਜੂਦਾ ਅਸੀਂ ਦਰਾਰ ਦੀ ਗੱਲ ਕਰੀਏ ਤੇ ਉਹ ਤੁਹਾਡੀ ਗੱਲ ਬਿਲਕੁਲ ਠੀਕ ਆ ਕਿ ਸਿੱਧੂ ਸਾਹਿਬ ਨੇ ਬਹੁਤ ਮੁੱਦੇ ਉਠਾਏ, ਬਹੁਤ ਦੇਰ ਉਹ ਰਾਜਨੀਤੀ ਦੇ ਵਿੱਚ MLA ਹੁੰਦਿਆਂ ਸ਼ਾਂਤ ਵੀ ਰਹੇ ਜੀ। ਪਰ ਇੱਕ ਜਿਹੜੀ ਗੱਲ ਆ ਨਾ, ਉਹਨਾਂ ਦੇ ਸੁਭਾਅ ਦਾ ਜਿਹੜਾ ਰਾਜਨੀਤੀ ਦੀ ਪਰਿਪੱਕਤਾ ਹੁੰਦੀ ਆ ਉਹ ਕਿਤੇ ਨਾ ਕਿਤੇ ਅੱਖਰਦੀ ਆ। ਹਲੇ ਇਦਾਂ ਲੱਗਦਾ ਕਿ ਉਹ ਪਾਰਟੀ ਦੇ ਪ੍ਰਧਾਨ ਤੇ ਬਣ ਗਏ ਨੇ, MLA ਵੀ ਉਹ ਬਣੇ ਹੋਏ ਨੇ, MP ਵੀ ਉਹ 3 ਵਾਰ ਬਣੇ ਸੀ, ਪਰ ਉਹਨਾਂ ਦੀ ਜਿਹੜੀ ਕਾਹਲੀ ਆ ਨਾ ਮਨ ਦੀ, ਜਿੱਦਾਂ ਮੈਂ ਕਈ ਗੱਲ ਕਰਦਾ ਬਹੁਤ ਤੇਜ਼ ਬੋਲ ਜਾਂਦਾ, ਇਦਾਂ ਹੀ ਉਹ ਕਾਲੇ ਹੋ ਜਾਂਦੇ ਨੇ। ਜਿੱਦਣ ਉਹਨਾਂ ਨੇ ਸਲਾਹਕਾਰ ਲਾਏ ਸੀ ਉਸ ਦਿਨ ਇਹ ਗੱਲਾਂ ਹੁੰਦੀਆਂ ਸੀ ਕਿ ਜਿਹੜੇ ਸਲਾਹਕਾਰ ਨੇ ਇਹ ਪਾਰਟੀ ਲਾਈਨ ਦੇ ਉੱਤੇ ਚੱਲਣ ਵਾਲੇ ਬੰਦੇ ਨਹੀਂ ਹੈਗੇ। ਚਾਹੇ ਉਹ ਮਾਲਵਿੰਦਰ ਸਿੰਘ ਮਾਲੀ ਨੇ, ਚਾਹੇ ਡਾਕਟਰ ਗਰਗ ਨੇ, ਚਾਹੇ ਮੁਹੰਮਦ ਮੁਸਤਫਾ ਸੀ ਤੇ ਚਾਹੇ ਡਾਕਟਰ ਅਮਰ ਸਿੰਘ ਸੀ। ਹਾਲਾਂਕਿ ਡਾਕਟਰ ਅਮਰ ਸਿੰਘ ਪਾਰਟੀ ਲਾਈਨ ਦੇ ਬੰਦੇ ਨੇ, MP ਨੇ, ਤੇ ਮੁਹੰਮਦ ਮੁਸਤਫਾ ਨੇ ਤਾਂ ਇਨਕਾਰ ਹੀ ਕਰਤਾ ਸੀ। ਬਾਅਦ 'ਚ ਉਹਨਾਂ ਨੇ ਸਰਟੀਫਿਕੇਟ ਜਾਂ ਦਿਖਾਇਆ ਵੀ ਕਿ ਮੈਂ ਇਹਨਾਂ ਨੂੰ ਦੇਤਾ ਤੇ ਉਹ ਮੰਨ ਗਏ ਨੇ। ਮਾਲਵਿੰਦਰ ਮਾਲੀ ਤੇ ਪਿਆਰੇ ਲਾਲ ਗਰਗ ਨੇ ਇਹ ਗੱਲ ਕਹਿਤੀ ਸੀ ਕਿ ਅਸੀਂ ਸਿੱਧੂ ਨੂੰ ਜਾਤੀ ਤੌਰ ਤੇ ਸਲਾਹ ਜ਼ਰੂਰ ਦੇਵਾਂਗੇ ਪਰ ਅਸੀਂ ਇਸ ਪਾਰਟੀ ਦੀ ਲਾਈਨ ਤੇ ਕੰਮ ਕਰਨ ਵਾਲੇ ਬੰਦੇ ਨਹੀਂ। ਪਰ ਦੇਖੋ, ਜਦੋਂ ਤੁਸੀਂ ਇੱਕ ਅਹੁਦਾ ਲੈਂਦੇ ਹੋ, ਨਵਜੋਤ ਸਿੰਘ ਸਿੱਧੂ ਪਾਰਟੀ ਦੇ ਪ੍ਰਧਾਨ ਬਣ ਗਏ ਨੇ ਤੇ ਉਹਨਾਂ ਨੇ 2 ਬੰਦਿਆਂ ਨੂੰ ਆਪਣੇ ਨਾਲ ਸਲਾਹਕਾਰ ਲਾਇਆ ਤੇ ਜ਼ਾਹਿਰਾ ਤੌਰ ਤੇ ਉਹ ਪੂਰੇ ਪੰਜਾਬ ਦੇ ਵਿੱਚ ਤੇ ਜਿੱਥੇ ਵੀ ਲੋਕ ਪੰਜਾਬ ਦੀ ਰਾਜਨੀਤੀ ਨੂੰ ਦੇਖਦੇ ਨੇ ਉਹ ਉਸ ਪਾਰਟੀ ਦੇ ਸਲਾਹਕਾਰ ਵੱਲੋਂ ਹੀ ਦੇਖੇ ਜਾਣਗੇ। ਬੇਸ਼ੱਕ ਰਾਵਤ ਸਾਹਿਬ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਉਹ ਪਾਰਟੀ ਦੇ ਸਲਾਹਕਾਰ ਨਹੀਂ ਹੈਗੇ, ਸਿੱਧੂ ਸਾਹਿਬ ਦੇ ਨਿੱਜੀ ਸਲਾਹਕਾਰ ਨੇ, ਪਰ ਇਹ ਗੱਲ ਦੇਖਣੀ ਪਊਗੀ ਕਿ ਸਿੱਧੂ ਸਾਹਿਬ ਦੀ ਇਸ ਵੇਲੇ ਜਿਹੜੀ ਪਛਾਣ ਆ ਉਹ ਐਜ਼ ਏ ਪਾਰਟੀ ਪ੍ਰਧਾਨ ਹੀ ਆ। ਉਹ ਹੁਣ ਕੋਈ ਕ੍ਰਿਕਟ ਨਹੀਂ ਖੇਲਦੇ, ਨਾ ਹੀ ਉਹ ਕਮੇਡੀ ਸ਼ੋਅ ਦੇ ਜੱਜ ਨੇ, ਨਾ ਹੀ ਉਹ ਕੋਈ ਹੋਰ ਬਿਜ਼ਨਸਮੈਨ ਨੇ ਜਿਹੜੇ ਜਿੱਥੇ ਉਹਨਾਂ ਨੂੰ ਪਿਆਰੇ ਲਾਲ ਗਰਗ ਤੇ ਮਾਲਵਿੰਦਰ ਸਿੰਘ ਮਾਲੀ ਦੀ ਸਲਾਹ ਚਾਹੀਦੀ ਹੈ। ਪਰ ਉਹ ਲੋਕ ਕਿਉਂਕਿ ਆਜ਼ਾਦ ਤਬੀਅਤ ਦੇ ਨੇ, ਉਹਨਾਂ ਨੇ ਦੇਸ਼ ਦੇ ਵੱਖਰੇ ਮੁੱਦਿਆਂ ਦੇ ਉੱਤੇ ਪਹਿਲਾਂ ਵੀ ਆਪਣੀ ਰਾਏ ਦਿੰਦੇ ਰਹੇ ਨੇ, ਇੰਟਰਵਿਊਜ਼ ਵੀ ਦਿੰਦੇ ਨੇ, TV ਤੇ ਵੀ ਬੋਲਦੇ ਨੇ ਤੇ ਲਿਖਦੇ ਪੜ੍ਹਦੇ ਵੀ ਨੇ। ਤੇ ਜਦੋਂ ਫਿਰ ਉਹ ਪਾਰਟੀ ਨੂੰ ਉਹ ਗੱਲਾਂ ਅਖਰੀਆਂ ਤੇ ਫਿਰ ਉਹਨਾਂ ਨੇ ਪਾਰਟੀ ਨੇ ਸਿੱਧੂ ਸਾਹਿਬ ਨੂੰ ਸਲਾਹ ਦਿੱਤੀ ਤੇ ਸਿੱਧੂ ਸਾਹਿਬ ਨੇ ਉਹਨਾਂ ਨਾਲ ਮੀਟਿੰਗ ਵੀ ਕੀਤੀ, ਉਹਨਾਂ ਨੇ ਸਲਾਹ ਦਿੱਤੀ। ਹੁਣ ਫਿਰ ਸਿੱਧੂ ਸਾਹਿਬ ਨੇ ਆਪਣੇ ਸਲਾਹਕਾਰਾਂ ਨੂੰ ਸਲਾਹ ਦਿੱਤੀ। ਦੇਖੋ, ਇਹ ਹੁਣ ਗੱਲ ਹਰਪ੍ਰੀਤ ਜੀ ਉਹ 3 ਬੰਦੇ ਹੀ ਜਾਣਦੇ ਨੇ ਕਿ ਸਿੱਧੂ ਸਾਹਿਬ ਨੇ ਉਹਨਾਂ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ ਜਾਂ ਆਪਣਾ ਕੰਮ ਜਾਰੀ ਰੱਖਣ ਦੀ ਸਲਾਹ ਦਿੱਤੀ। ਕਿਉਂਕਿ ਰਾਜਨੀਤੀ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਉਹ ਅਚਨਚੇਤ ਨਹੀਂ ਹੁੰਦੀਆਂ, ਬਹੁਤਾ ਕੁਝ ਪਲੈਨਿੰਗ ਨਾਲ ਹੀ ਹੁੰਦਾ। ਹੁਣ ਰਾਵਤ ਸਾਹਿਬ ਨੇ ਇਹ ਗੱਲ ਪਹਿਲਾਂ ਤੇ ਰਾਵਤ ਸਾਹਿਬ ਨੇ 2 ਹਫ਼ਤੇ ਪਹਿਲਾਂ ਇਹ ਗੱਲ ਕਹੀ ਸੀ ਕਿ ਉਹ ਨਿੱਜੀ ਸਲਾਹਕਾਰ ਨੇ, ਉਹਨਾਂ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨੀ। ਤੇ ਹੁਣ 2 ਹਫ਼ਤੇ ਬਾਅਦ ਹੀ ਉਹਨਾਂ ਦਾ ਇਹ ਕਹਿਣਾ ਕਿ ਜਾਂ ਤਾਂ ਸਿੱਧੂ ਸਾਹਿਬ ਇਹਨਾਂ ਨੂੰ ਹਟਾ ਦੇਣ, ਨਹੀਂ ਤਾਂ ਮੈਂ ਹਟਾ ਦੇਵਾਂਗਾ। ਹੁਣ ਉਹਨਾਂ ਕੋਲ ਇਹ ਅਹੁਦਾ ਕਿੱਥੋਂ ਆ ਗਿਆ ਜਦੋਂ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇਸ ਗੱਲ ਤੇ ਟਿੱਪਣੀ ਕੋਈ ਨਹੀਂ ਕਰਨੀ। ਇਸ ਗੱਲ ਤੋਂ ਇਹ ਸਿੱਧ ਹੁੰਦਾ ਕਿ ਹਾਈ ਕਮਾਂਡ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਹੱਲ ਕਰਨ ਲਈ ਬਹੁਤੀ ਸੰਜੀਦਗੀ ਨਾਲ ਨਹੀਂ ਸੋਚ ਰਹੀ, ਜਾਂ ਫਿਰ ਉਹ ਇਹਨੂੰ ਬਹੁਤ ਉੱਪਰੋਂ ਦੇਖ ਰਹੇ ਨੇ, ਤੇ ਜਾਂ ਫਿਰ ਇਹ ਸਿਰਫ ਅੱਗ ਨੂੰ ਠੰਡਿਆਂ ਕਰਨ ਦਾ ਯਤਨ ਆ। ਤੇ ਅਸਲ ਗੱਲ ਜਿਹੜੀ ਆ ਉਹ ਹਾਈ ਕਮਾਂਡ ਹੀ ਜਾਣਦੀ ਆ ਫਿਰ ਇਸ ਚੋਂ ਕੀ ਨਿਕਲੇਗਾ ਤੇ ਕੀ ਨਹੀਂ। ਪਰ ਜਿੰਨਾ ਵੀ ਇਹ ਸਮਾਂ ਜਿਹੜਾ ਆ ਉਹ ਖਰਾਬ ਹੋ ਰਿਹਾ, ਉਹ 18-29 ਪ੍ਰੋਗਰਾਮ ਸੀ, ਉਹ ਪੰਜਾਬ ਦੇ ਭਲੇ ਦੀਆਂ ਗੱਲਾਂ ਸੀ, ਉਹ ਮਾਈਨਿੰਗ ਦੀਆਂ ਗੱਲਾਂ ਸੀ, ਉਹ ਡਰੱਗ ਮਾਫੀਆ ਦੀਆਂ ਗੱਲਾਂ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਹੱਲ ਦੀ ਘੜੀ ਫਿਰ ਦੱਬੀਆਂ ਹੋਈਆਂ ਨੇ। ਤੇ ਫਿਰ ਉਹੀ ਚੁਟਕਲਾ ਸਾਹਮਣੇ ਆ ਰਿਹਾ ਕਿ ਜਦੋਂ ਸਾਡੀ ਸਰਕਾਰ ਅਗਲੀ ਵਾਰ ਬਣੂਗੀ ਅਸੀਂ ਫਿਰ ਸਾਰੇ ਕੰਮ ਕਰਾਂਗੇ। ਤੇ ਹਾਲ ਦੀ ਘੜੀ ਜਿਹੜੀ ਸਰਕਾਰ ਆ ਉਹ ਇਹੀ ਦੱਸ ਸਕਦੇ ਆ ਕਿ ਕਿਹਦੀ ਆ। ਬਿਲਕੁਲ, ਇਹ ਤਾਂ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਟਾਈਮ 'ਚ ਕਾਂਗਰਸ ਪਾਰਟੀ ਦਾ ਇਹ ਹਾਲ ਹੈ ਕਿ ਸਰਕਾਰ ਤਾਂ ਸਾਡੀ ਆਪਣੀ ਹੈ ਨਾ, ਅਸੀਂ ਜਿੱਥੇ ਚਾਹਾਂਗੇ ਗੱਡੀ ਮੋੜਾਂਗੇ, ਜੋ ਉਹਨਾਂ ਦਾ ਦਿਲ ਕਰਦਾ ਉਹ ਹੀ ਕਰੀ ਜਾਂਦਾ ਹੈ। ਚਲੋ, ਇਹ ਚਰਚਾ ਅਸੀਂ ਜਾਰੀ ਰੱਖਾਂਗੇ ਫਿਰ, ਪਰ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸ਼ਰਮਾ ਜੀ, ਸੁਖਬੀਰ ਬਾਦਲ ਦਾ ਮਨੋਬਲ ਬਹੁਤ ਉੱਚਾ ਹੋਇਆ ਇਸ ਵੇਲੇ, ਕਿਉਂਕਿ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉੱਥੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੋ ਗਿਆ ਤੇ ਉਹਨਾਂ ਨੇ ਕਾਫੀ ਜ਼ਿਆਦਾ ਬਿਆਨਬਾਜ਼ੀ ਕੀਤੀ ਕਿ ਪੰਜਾਬ ਦੇ ਵਿੱਚ ਵੀ ਵਾਪਸ ਉਹਨਾਂ ਦੇ ਆਉਣ ਦੇ ਚਰਚੇ ਨੇ। ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਮਨੋਬਲ ਆ ਉਹ ਤੁਹਾਡੀ ਆਪਣੀ ਮਾਨਸਿਕ ਸਥਿਤੀ ਆ, ਤੁਸੀਂ ਉਹਨੂੰ ਉੱਚਾ ਰੱਖ ਸਕਦੇ ਆ। ਤੇ ਇੱਕ ਜਿਸ ਸੈਟਅਪ 'ਚ ਤੁਸੀਂ ਬੈਠੇ ਹੋ, ਜਿਸ ਰਾਜਨੀਤਿਕ ਅਹੁਦੇ 'ਤੇ ਤੁਸੀਂ ਹੁਣ ਬਿਰਾਜਮਾਨ ਹੋ, ਜਿੱਦਾਂ ਦਾ ਤੁਹਾਡਾ ਇਸ ਪਾਰਟੀ ਦਾ ਇਤਿਹਾਸ ਰਿਹਾ ਆ, 100 ਸਾਲ ਤੋਂ ਵੀ ਪੁਰਾਣੀ ਪਾਰਟੀ ਅਸੀਂ ਇਹਨੂੰ ਕਹਿੰਦੇ 1920 ਦੇ ਵਿੱਚ ਅਕਾਲੀ ਦਲ ਦਾ ਗਠਨ ਹੋਇਆ ਸੀ। ਤੇ ਉਹਨਾਂ ਦੇ ਹੀ ਫਾਦਰ ਸਾਹਿਬ ਇਸੇ ਪਾਰਟੀ ਨੂੰ ਲੀਡ ਕਰਦੇ ਰਹੇ ਬਹੁਤ ਲੰਬਾ ਸਮਾਂ ਤੇ 5 ਵਾਰ ਦੇ ਮੁੱਖ ਮੰਤਰੀ ਰਹੇ ਆ। ਇਹ ਆਪ ਡਿਪਟੀ ਮੁੱਖ ਮੰਤਰੀ ਰਹੇ ਆ ਤੇ ਹੁਣ ਪਾਰਟੀ ਪ੍ਰਧਾਨ ਨੇ। ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੀ ਵੀ ਇਹ ਬਹੁਤ ਸਾਲ ਇਲੈਕਸ਼ਨ ਲੜਦੇ ਰਹੇ ਆ ਤੇ ਇਹ ਕਿਹਾ ਜਾਂਦਾ ਕਿ ਜਿਹੜੀ ਮਿੰਨੀ ਪਾਰਲੀਮੈਂਟ ਆ ਪੰਜਾਬ ਦੀ ਜਿਹੜੀ ਸਿੱਖ ਸਿਆਸਤ ਦੀ ਉਹਨੂੰ ਪਾਰਲੀਮੈਂਟ ਕਿਹਾ ਜਾਂਦਾ।
ਸਿੱਖ ਸਿਆਸਤ ਦੀ ਵੀ ਤੇ ਸਿੱਖ ਧਰਮ ਦੀ ਵੀ। ਜੀ। ਹਾਲਾਂਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਤੇ ਉਦੋਂ ਜਿਹੜੇ ਵੱਖਰੇ ਇਤਿਹਾਸਕਾਰ ਸੀ ਜਾਂ ਵਿਦਵਾਨ ਸੀ, ਉਹਨਾਂ ਦੀ ਰਾਏ ਇਹ ਸੀ ਕਿ ਇਹ ਕੋਈ ਬਹੁਤ ਚੰਗੀ ਜਿਹੜੀ ਉਪਲਬਧੀ ਆ ਉਹ ਨਹੀਂ ਹੈਗੀ। ਵਜ੍ਹਾ ਉਹਦੀ ਇਹ ਆ ਹਰਪ੍ਰੀਤ ਜੀ ਕਿ ਧਰਮ ਦੀ ਸਿਆਸਤ ਨਹੀਂ ਹੋਣੀ ਚਾਹੀਦੀ, ਸਿਆਸਤ ਦਾ ਧਰਮ ਹੋਣਾ ਚਾਹੀਦਾ। ਇਹ ਅਸੀਂ ਅਕਸਰ ਇਹ ਗੱਲ ਸੁਣਦੇ ਹਾਂ, ਬੋਲਦੇ ਹਾਂ ਤੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਵੀ ਕਰਦੇ ਹਾਂ ਜੀ ਕਿ ਜਦੋਂ ਸਿਆਸਤ ਇੱਧਰ ਉੱਧਰ ਹੁੰਦੀ ਹੋਵੇ ਤੇ ਉਹਨੂੰ ਕੋਈ ਧਰਮ ਵਾਲਾ ਲੀਡਰ ਜਾਂ ਧਾਰਮਿਕ ਆਗੂ ਠੀਕ ਕਰਨ ਵਾਲਾ ਹੋਣਾ ਚਾਹੀਦਾ। ਪਰ ਸਾਡੇ ਧਾਰਮਿਕ ਆਗੂ ਜਿਹੜੇ ਆ ਉਹ ਸਿਆਸਤ ਦੀ ਉਪਜ 'ਚ ਜਾਂ ਸਿਆਸਤ 'ਚ ਵੱਜੇ ਹੋਏ ਨਹੀਂ ਹੋਣੇ ਚਾਹੀਦੇ। ਪਰ ਫਿਰ ਨਾਲ ਦੀ ਨਾਲ ਅਸੀਂ ਇਹ ਵੀ ਗੱਲ ਸਮਝਦੇ ਹਾਂ ਕਿ ਬੜੇ ਪੁਰਾਣੇ ਬਹੁਤ ਹੀ ਰਾਜਨੀਤੀ ਦੇ ਜਿਹੜੇ ਸ਼ੁਰੂਆਤ ਜਿਨ੍ਹਾਂ ਨੂੰ ਕਿਹਾ ਜਾਂਦਾ ਅਰਸਤੂ ਤੇ ਸੁਕਰਾਤ, ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਤੁਸੀਂ ਰਾਜਨੀਤੀ 'ਚ ਧਿਆਨ ਰੱਖੋ ਚਾਹੇ ਨਾ ਰੱਖੋ, ਪਰ ਰਾਜਨੀਤੀ ਤੁਹਾਡੇ 'ਚ ਇੰਟਰਸਟ ਜਿਹੜੀ ਆ ਉਹ ਜ਼ਰੂਰ ਰੱਖਦੀ ਹੈ। ਤੇ ਫਿਰ ਇੱਕ ਗੱਲ ਸੀਗੀ ਕਿ ਜਦੋਂ ਮੈਂ ਗੱਲ ਕਰਦਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਹੋਣ 'ਚ ਆਈ ਤੇ ਇੱਕ ਬਹੁਤ ਅੱਛੇ ਬੰਗਾਲੀ ਸੰਤ ਸੀ ਸ੍ਰੀ ਅਰਬਿੰਦੋ, ਸੰਤ ਵੀ ਸੀ, ਸਕਾਲਰ ਵੀ ਸੀ, ਬਹੁਤ ਸਾਰੀਆਂ ਉਹਨਾਂ ਕੋਲ ਗੁਣ ਸੀ। ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਸਿੱਖਾਂ ਨੇ ਇੱਕ ਕਮੇਟੀ ਬਣਾ ਲਈ ਹੈ ਤੇ ਹੁਣ ਚੋਣਾਂ ਹੋਇਆ ਕਰਨਗੀਆਂ, ਤੇ ਉਹਨਾਂ ਨੇ ਬਹੁਤ ਹੀ ਨਿਰਾਸ਼ਾ ਪ੍ਰਗਟ ਕਰਦੇ ਹੋਏ ਕੁਝ ਬੋਲ ਕਹੇ ਕਿ ਇਹ ਤੇ ਚੰਗਾ ਨਹੀਂ ਹੋਇਆ। ਖੈਰ ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਆ, ਸਿੱਖ ਸਿਆਸਤ ਉਹਦੇ ਨਾਲ ਸਹਿਮਤ ਨਾ ਹੋਵੇ, ਪਰ ਇੱਕ ਗੱਲ ਅਸੀਂ ਹੁਣ ਤੱਕ ਦੇਖੀ ਆ ਕਿ ਇਹ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਨਾਲ ਜਿਹੜਾ ਧਰਮ ਦਾ ਕੋਈ ਬਹੁਤ ਵੱਡਾ ਫਾਇਦਾ ਉਹ ਨਹੀਂ ਹੁੰਦਾ। ਗੁਰਦੁਆਰਿਆਂ ਦਾ ਪ੍ਰਬੰਧ ਦਾ ਇੱਕ ਲੰਬਾ ਇਤਿਹਾਸ ਰਿਹਾ ਆ, ਬਹੁਤ ਸਾਰੇ ਗਲਤ ਆਨਸਰ ਗੁਰਦੁਆਰਿਆਂ ਤੇ ਕਾਬਜ ਰਹੇ, ਉਹਨਾਂ ਨੂੰ ਛਡਾਉਣ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ ਗਈਆਂ, ਮੋਰਚੇ ਲਾਏ ਗਏ। ਫਿਰ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਅੰਮ੍ਰਿਤਸਰ ਤੋਂ ਇਹ ਸਾਰੇ ਪੰਜਾਬ ਦੇ ਜਾਂ ਆਲੇ ਦੁਆਲੇ ਸਟੇਟਾਂ ਦੇ ਗੁਰਦੁਆਰਿਆਂ ਨੂੰ ਹੈਂਡਲ ਕਰਦੇ ਰਹੇ। 71 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਦਿੱਲੀ ਦੇ ਗੁਰਦੁਆਰਿਆਂ ਲਈ ਇੱਕ ਵੱਖਰਾ 5 ਮੈਂਬਰੀ ਬੋਰਡ ਬਣਾਤਾ ਤੇ 74 ਦੇ ਵਿੱਚ ਫਿਰ ਇਹ ਜਿਹੜੀ DGMC ਕੀ ਇਹਨੂੰ ਕਹਿੰਦੇ ਆ ਤੁਸੀਂ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣ ਗਈ ਜੀ। ਤੇ ਪੰਜਾਬ ਦੇ ਵਿੱਚ ਇਹਨੂੰ ਅਸੀਂ ਕਹਿੰਦੇ ਆ SGPC, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇੱਥੇ ਪੰਜਾਬੀ 'ਚ ਆ ਤੇ ਦਿੱਲੀ ਜਾਂਦੇ ਜਾਂਦੇ ਇਹਦਾ ਨਾਮ ਜਿਹੜਾ ਸੀ ਉਹਦਾ ਅੰਗਰੇਜ਼ੀਕਰਨ ਹੋ ਗਿਆ, ਅੰਗਰੇਜ਼ੀ 'ਚ ਹਾਂ ਬਿਲਕੁਲ ਉਹ ਅੰਗਰੇਜ਼ੀ 'ਚ ਚਲਾ ਗਿਆ ਜੀ। ਉਹਦੀਆਂ ਚੋਣਾਂ ਸੀ, ਹਾਲਾਂਕਿ ਪਿਛਲੀ ਵਾਰ ਨਾਲੋਂ ਸੀਟਾਂ ਜਿਹੜੀਆਂ ਉਹ ਘਟੀਆਂ, 46 ਮੈਂਬਰੀ ਉੱਥੇ ਕਮੇਟੀ ਆ ਤੇ ਉਹਦੇ 'ਚੋਂ ਪਿਛਲੀ ਵਾਰ 35 ਸੀਗੀਆਂ, ਉਸ ਤੋਂ ਪਿਛਲੀ ਵਾਰ ਵੀ 35 ਸੀ ਤੇ ਇਸ ਵਾਰ ਉਹ ਸੀਟਾਂ ਜਿਹੜੀਆਂ ਉਹ 26 ਰਹਿ ਗਈਆਂ। ਪਰ ਜਿਹੜੇ ਇਹਨਾਂ ਦੇ ਆਪਣੇ ਪ੍ਰਧਾਨ ਸੀ ਉਹ ਉਸ ਸੀਟ ਨੂੰ ਹਾਰ ਗਏ, ਆਪਣੀ ਸੀਟ ਜਿਹੜੇ ਪ੍ਰਧਾਨ ਸੀ ਉਹ ਹਾਰੇ ਨੇ। ਹੁਣ ਦੇਖਣਾ ਇਹ ਵੀ ਜਾਊਗਾ ਕਿ ਇਹਨਾਂ ਨੂੰ ਉਸੇ ਪ੍ਰਧਾਨ ਨੂੰ ਹੁਣ ਉੱਥੇ ਫਿਰ ਪ੍ਰਧਾਨ ਥਾਪਿਆ ਜਾਊਗਾ ਜਾਂ ਫਿਰ ਕੋਈ ਹੋਰ ਤਰੀਕਾ ਅਪਣਾਇਆ ਜਾਊਗਾ। ਖੈਰ ਇੱਕ ਚੰਗੀ ਵੀ ਗੱਲ ਆ ਕਿਸੇ ਪੱਖ ਤੋਂ ਕਿ ਇੱਕ ਕਮੇਟੀ ਹੋਵੇ ਜਿਹੜੀ ਗੁਰਦੁਆਰਿਆਂ ਦੇ ਵਿੱਚ ਸਾਂਭ ਸੰਭਾਲ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੇ ਤੇ ਧਰਮ ਪ੍ਰਚਾਰ ਦੀ ਤੇ ਧਰਮ ਪ੍ਰਸਾਰ ਦੀ ਗੱਲ ਵੀ ਉਹ ਨਾਲ ਦੀ ਨਾਲ ਕਰਦੀ ਰਹੇ। ਜਿਹੜੀ ਤੁਸੀਂ ਗੱਲ ਕੀਤੀ ਉਹਨਾਂ ਦੇ ਮਨੋਬਲ ਦੇ ਉੱਚਾ ਹੋਣ ਦੀ, ਉਹਦੇ ਲਈ ਵੀ ਠੀਕ ਆ। ਜਦੋਂ ਤੁਸੀਂ ਇੱਕ ਮੈਚ ਜਿੱਤਦੇ ਆ, ਤੁਸੀਂ ਇੱਕ ਇਲੈਕਸ਼ਨ ਜਿੱਤਦੇ ਆ ਤੇ ਤੁਹਾਡਾ ਜਿਹੜਾ ਮਨੋਬਲ ਆ ਉਹ ਜ਼ਰੂਰ ਵੱਧਦਾ ਆ। ਪਰ ਇਹ ਦੇਖਣਾ ਪਵੇਗਾ ਕਿ ਉਸ ਜਿੱਤ ਨੂੰ ਤੁਸੀਂ ਪੰਜਾਬ ਦੇ ਵਿੱਚ ਕਿਵੇਂ ਰਿਪੀਟ ਕਰੋਗੇ, ਜਾਂ ਕੀ ਉਹ ਜਿਹੜੀ ਜਿੱਤ ਆ ਉੱਥੇ ਸਿਰਫ ਮਨੋਬਲ ਦੇ ਤੌਰ 'ਤੇ ਹੀ ਆ ਜਾਂ ਉਹਦੇ ਪੰਜਾਬ ਦੀ ਹਕੀਕੀ ਤੌਰ 'ਤੇ ਵੀ ਉਹਦਾ ਕੁਝ ਪ੍ਰਭਾਵ ਪਵੇਗਾ। ਪਹਿਲਾਂ ਤੇ ਉੱਥੇ ਜਿਹੜੀ ਹੋਰ ਕੋਈ ਸਿਆਸੀ ਧਿਰਾਂ ਜਿਹੜੀਆਂ ਇਲੈਕਸ਼ਨ 'ਚ ਨਹੀਂ ਹੈਗੀਆਂ। ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀ ਇਲੈਕਸ਼ਨ ਹੋਣੀ ਆ ਉਹਦੇ ਲਈ ਇੱਕ ਡਿਫਰੈਂਟ ਤਰੀਕੇ ਦੀ ਇਲੈਕਸ਼ਨ ਆ ਤੇ ਡਿਫਰੈਂਟ ਤਰੀਕੇ ਦਾ ਸੈਟਅਪ ਆ। ਦੂਸਰੀ ਗੱਲ ਇਹ ਵੀ ਦੇਖਣੀ ਪਵੇਗੀ ਕਿ ਉੱਥੇ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਵੋਟ ਪਰਸੈਂਟੇਜ ਬਹੁਤ ਘੱਟ ਰਿਹਾ ਜੀ। ਕੋਹਾਲੀ 37-38% ਵੋਟਾਂ ਹੀ ਪੋਲ ਹੋਈਆਂ। ਇਹ ਵੀ ਗੱਲ ਦਰਸਾਉਂਦੀ ਆ ਕਿ ਉੱਥੇ ਜਿਹੜੀ ਉਦਾਸੀਨਤਾ ਆ ਲੋਕਾਂ ਦੀ ਇਸ ਕਮੇਟੀ ਦੇ ਪ੍ਰਤੀ ਤੇ ਇਸ ਗਤੀਵਿਧੀ ਦੇ ਪ੍ਰਤੀ, ਵੋਟਾਂ ਦੇ ਪ੍ਰਤੀ, ਉਹ ਜਿਹੜੀ ਆ ਉਹ ਬਹੁਤ ਘੱਟ ਹੋਈ ਆ। ਹਾਲਾਂਕਿ ਇਹਨੂੰ ਅਸੀਂ ਕੋਵਿਡ ਨਾਲ ਜੋੜ ਕੇ ਵੀ ਦੇਖ ਸਕਦੇ ਹਾਂ। ਦਿੱਲੀ ਦੇ ਹਾਲਾਤਾਂ ਦੀ ਜੇ ਅਸੀਂ ਗੱਲ ਕਰੀਏ, ਅੱਜ ਭਾਵੇਂ ਜੀਵਨ ਉੱਥੇ ਨਾਰਮਲ ਵਰਗਾ ਨਜ਼ਰ ਆਉਂਦਾ, ਪਰ 2 ਮਹੀਨੇ ਪਹਿਲਾਂ ਦਿੱਲੀ ਦੇ ਵਿੱਚ ਜਿੰਨੀ ਹਾਹਾਕਾਰ ਮਚੀ ਹੋਈ ਸੀ, ਇੰਜ ਜਾਪਦਾ ਹੈ ਇਸ ਵੋਟ ਪਰਸੈਂਟੇਜ ਤੋਂ ਕਿ ਲੋਕ ਉਸ ਚੀਜ਼ ਨੂੰ ਹਾਲੇ ਤੱਕ ਭੁੱਲੇ ਨਹੀਂ ਜਾਂ ਉਸ ਡਾਇਲਮਾ ਦੇ ਵਿੱਚੋਂ ਬਾਹਰ ਨਿਕਲੇ ਨਹੀਂ। ਇਹ ਵੀ ਹੋ ਸਕਦਾ ਹੈ ਕਿ ਕੁਝ ਲੋਕ ਨੋਟਾਂ ਦਾ ਬਟਨ ਹੋਣ ਕਿ ਅਸੀਂ ਨਾ ਇੱਧਰ ਨਾ ਸੀ ਉੱਧਰ। ਬਿਲਕੁਲ ਬਿਲਕੁਲ ਬਿਲਕੁਲ। ਤੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹਾਲਾਂਕਿ ਬਾਕੀ ਪਾਰਟੀਆਂ ਦੇ ਨਾਲੋਂ ਜੇ ਅਸੀਂ ਐਜ਼ ਆਫ ਨਾਓ ਅੱਜ ਦੀ ਗੱਲ ਕਰੀਏ ਤੇ ਬਹੁਤ ਅੱਗੇ ਨਜ਼ਰ ਆ ਰਿਹਾ ਜੀ। ਇੱਕ ਤਾਂ ਉਹਨਾਂ ਨੇ ਚੰਗਾ ਗੱਠਜੋੜ ਕਰ ਲਿਆ ਪੰਜਾਬ ਦੇ ਵਿੱਚ BSP ਦੇ ਨਾਲ, BJP ਦੇ ਨਾਲ ਉਹਨਾਂ ਨੇ ਸੈਟਬੈਕ ਹੋਇਆ ਸੀ, ਜਿਹੜਾ ਸੀਗਾ ਉਹਨਾਂ ਦਾ ਰਿਸ਼ਤਾ ਖਰਾਬ ਹੋ ਗਿਆ ਸੀ, 9 ਮਾਸ ਦਾ ਰਿਸ਼ਤਾ ਟੁੱਟ ਗਿਆ ਸੀਗਾ। ਹੁਣ ਇਹ ਨਹੀਂ ਪਤਾ ਵੀ 9 ਟੁੱਟਿਆ ਸੀ ਕਿ ਮਾਸ ਦੇ ਵਿੱਚ ਕੋਈ ਪ੍ਰੋਬਲਮ ਸੀ, ਪਰ ਉਹਦੇ ਨਾਲ ਜਿਹੜਾ BSP ਦੇ ਨਾਲ ਗੱਠਜੋੜ ਕੀਤਾ ਤੇ ਇਦਾਂ ਦੇਖਿਆ ਜਾ ਰਿਹਾ ਸੀਗਾ ਕਿ ਉਨੀਆਂ ਕੁ ਹੀ ਸੀਟਾਂ ਜਿਹੜੀਆਂ ਆ BJP ਇਹਨਾਂ ਤੋਂ ਲੈਂਦੀ ਸੀ ਤੇ ਉਹਦੇ ਤੋਂ ਥੋੜ੍ਹੀਆਂ ਜਿਹੀਆਂ ਘੱਟ ਨਾਲ ਸਮਝੌਤਾ BSP ਨਾਲ ਹੋ ਗਿਆ। ਤੇ ਦੁਆਬੇ ਦੇ ਵਿੱਚ ਖਾਸ ਤੌਰ 'ਤੇ ਇੱਥੋਂ ਜਦੋਂ ਅਸੀਂ ਕਰਤਾਰਪੁਰ ਤੋਂ ਸ਼ੁਰੂ ਕਰੀਏ ਤੇ ਰੋਪੜ ਤੱਕ ਤੇ ਇੱਧਰੋਂ ਕਰਤਾਰਪੁਰ ਤੱਕ
ਫਲੋਰ ਤੱਕ ਇਸ ਜਿਹੜਾ ਏਰੀਆ ਖਿੱਤਾ ਦੁਆਬੇ ਦਾ ਆ ਉਹਦੇ ਵਿੱਚ BSP ਦੀਆਂ ਕਾਫੀ ਵੋਟਾਂ ਜਿਹੜੀਆਂ ਉਹ ਗਿਣੀਆਂ ਜਾਂਦੀਆਂ ਕਿ ਇੱਥੇ ਉਹਨਾਂ ਦੀ ਜਿਹੜੀ ਆ ਭਰਮਾਰ ਹੈ ਉਸ ਉਹਨਾਂ ਦੀਆਂ ਵੋਟਾਂ ਦੀ, ਉਸ ਦਲ ਵਿਸ਼ੇਸ਼ ਦੀਆਂ ਦੀ। ਹੁਣ ਇਹ ਵੀ ਦੇਖਿਆ ਜਾਏਗਾ ਕਿ ਉੱਥੋਂ ਉਹ ਸਾਰੀਆਂ ਵੋਟਾਂ ਜਿਹੜੀਆਂ ਉਹ ਕਨਵਰਟ ਹੋਣਗੀਆਂ ਕਿ ਨਹੀਂ ਹੋਣਗੀਆਂ। ਛੋਟੀਆਂ ਜਗ੍ਹਾ ਦੇ ਉੱਤੋਂ ਬਹੁਤ ਸਾਰੇ ਲੀਡਰ ਜਿਹੜੇ ਨੇ ਜਾਂ ਛੋਟੇ ਲੀਡਰ ਨੇ ਜਾਂ ਹਲਕਾ ਲੈਵਲ ਦੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਇਸ ਗੱਲ ਦਾ ਵਿਰੋਧ ਵੀ ਦੇਖਿਆ ਜਾਂਦਾ। ਬਾਕੀ ਉਹਨਾਂ ਦਾ ਮਨੋਬਲ ਠੀਕ ਆ। ਮੈਂ ਗੱਲ ਕਰਦਾ ਸੀਗਾ ਕਿ ਉਹਨਾਂ ਨੇ ਇਸ ਖਿੱਤੇ ਦੇ ਵਿੱਚ, ਇਸ ਮਾਮਲੇ ਦੇ ਵਿੱਚ ਪਹਿਲ ਜ਼ਰੂਰ ਹਾਸਲ ਕਰ ਲਈ ਹੈ। ਤੇ ਦੂਸਰੀ ਗੱਲ, ਉਹਨਾਂ ਨੇ ਕੋਵਿਡ ਦੇ ਦੌਰਾਨ ਹੀ ਰੈਲੀਆਂ ਕਰਕੇ ਜਿਹੜੇ ਲੀਡਰ ਸੀਗੇ ਉਹ ਐਲਾਨਣੇ ਸ਼ੁਰੂ ਕਰ ਦਿੱਤੇ ਸੀ। ਜੀ ਹਾਂਜੀ, ਹਲਕਾ ਵਾਈਜ਼ ਕਾਫੀ ਸੀਟਾਂ ਉਹਨਾਂ ਨੇ ਐਲਾਨ ਦਿੱਤੀਆਂ ਸੀ। ਇਸ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਮੋਹਰੀ ਰਹਿੰਦੀ ਆ ਕਿਉਂਕਿ ਉਹ ਖੇਤਰੀ ਪਾਰਟੀ ਆ ਤੇ ਉਹਨਾਂ ਦੀ ਜਿਹੜੀ PAC ਆ ਜਾਂ ਕੋਈ ਬੋਰਡ ਆ ਉਹ ਸਾਰੇ ਦਾ ਸਾਰਾ ਸਰਵਾ ਪ੍ਰਧਾਨ ਸਾਹਿਬ ਆਪ ਹੀ ਨੇ। ਇਸ ਤੋਂ ਪਹਿਲਾਂ ਬਾਦਲ ਸਾਹਿਬ ਕੋਲ ਹੁੰਦੀ ਸੀ, ਇਸ ਵਾਰ ਉਹ ਸੁਖਬੀਰ ਜੀ ਕੋਲ ਹੈਗੀ ਆ ਉਹ ਸਾਰੀ ਕਮਾਂਡ, ਤੇ ਉਹ ਆਪਣੇ ਲੈਵਲ ਦੇ ਉੱਤੇ ਅਨਾਉਂਸ ਕਰ ਸਕਦੇ ਨੇ ਤੇ ਉਹਦਾ ਕੋਈ ਬਹੁਤਾ ਵੱਡਾ ਜਿਹੜਾ ਆ ਪ੍ਰਭਾਵ ਨਜ਼ਰ ਨਹੀਂ ਆਉਂਦਾ। ਤੇ ਦੂਸਰੀ ਗੱਲ ਇਹ ਵੀ ਆ ਕਿ ਜਦੋਂ ਤੁਸੀਂ ਸੱਤਾ 'ਚ ਨਹੀਂ ਹੁੰਦੇ ਤੇ ਫਿਰ ਤੁਹਾਡੇ ਜਿਹੜੇ ਲੀਡਰ ਆ ਉੱਥੇ ਵਿਰੋਧ ਦੇ ਵਿੱਚ ਵੀ ਸਥਿਤੀ 'ਚ ਵੀ ਨਹੀਂ ਹੁੰਦੇ। ਟਿਕਟਾਂ ਕਿਹਨੂੰ ਦੇਣੀਆਂ ਆ ਕਿਹਨੂੰ ਨਹੀਂ ਦੇਣੀਆਂ ਉਹ ਤੁਹਾਡਾ ਆਪਸ ਦਾ ਹੀ ਜਿਹੜਾ ਆ ਉਹ ਸਾਰਾ ਮਾਮਲਾ ਹੈ। ਸੋ ਅੱਜ ਦੀ ਤਰੀਕ ਤੱਕ ਫਿਰ ਆਪਾਂ ਜੇ ਦੁਬਾਰਾ ਗੱਲ ਕਰੀਏ ਤੇ ਉਹਨਾਂ ਦਾ ਮਨੋਬਲ ਉੱਚਾ ਆ। ਕਾਂਗਰਸ ਦੀ ਜਿਹੜੀ ਆਪਸ ਦੀ ਲੜਾਈ ਆ ਜੋ ਕਾਂਗਰਸ ਦੇ ਵਿੱਚ ਹੁਣ ਤੱਕ ਹੋ ਰਿਹਾ ਉਹਨੂੰ ਵੀ ਉਹਨਾਂ ਨੂੰ ਅਕਾਲੀ ਦਲ ਨੂੰ ਉਹ ਵੀ ਬਹੁਤ ਚੰਗਾ ਰਾਸ ਆ ਰਿਹਾ। ਉਹਨਾਂ ਨੂੰ ਠੀਕ ਲੱਗ ਰਿਹਾ ਕਿ ਇਹ ਆਪਸ 'ਚ ਲੜੀ ਜਾਣ ਤੇ ਅਸੀਂ ਹੁਣ ਤੱਕ ਜਿਹੜੀ ਗੱਲਬਾਤ ਆ ਉਹਨੂੰ ਲੋਕਾਂ ਤੱਕ ਰੱਖਣ 'ਚ ਸਾਹਮਣੇ ਆ ਰਹੇ ਹਾਂ। ਦੂਸਰੀ ਗੱਲ ਜਿਹੜੀ ਸੀਗੀ ਕਿਸਾਨ ਅੰਦੋਲਨ, ਹਾਲਾਂਕਿ ਉਹ ਅਕਾਲੀ ਦਲ ਦੇ ਖਿਲਾਫ ਕੁਝ ਕਾਫੀ ਹੱਦ ਤੱਕ ਭੁਗਤਦਾ ਨਜ਼ਰ ਆ ਰਿਹਾ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੂੰ BJP ਜਿੰਨਾ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਇੱਕ ਦੋ ਜਗ੍ਹਾ ਤੇ ਜਿੱਥੇ ਵੀ ਉਹ ਗਏ ਆ ਲੋਕ ਕਿਸਾਨ ਜ਼ਰੂਰ ਉਹਨਾਂ ਦੇ ਸਾਹਮਣੇ ਆਏ ਆ, ਸਵਾਲ ਜ਼ਰੂਰ ਪੁੱਛੇ ਨੇ, ਪਰ ਫਿਰ ਵੀ ਉਹ ਇੱਕ ਹੌਸਲੇ ਦੇ ਨਾਲ ਜਾਂ ਇੱਕ ਤਰੀਕੇ ਦੇ ਨਾਲ ਉਸ ਸਮੱਸਿਆ ਨੂੰ ਹੈਂਡਲ ਵੀ ਕਰਦੇ ਆ ਤੇ ਅੱਗੇ ਤੋਂ ਅੱਗੇ ਚੱਲਦੇ ਵੀ ਜਾ ਰਹੇ ਆ। ਜਿਹੜੀ BJP ਦੀ ਗੱਲ ਕਰੀਏ ਤੇ ਉਹ ਇਸ ਇਲੈਕਸ਼ਨ 'ਚੋਂ ਹਾਲ ਦੀ ਘੜੀ ਤੇ ਉਹ ਬਾਹਰ ਨਜ਼ਰ ਆ ਰਹੀ ਆ। ਤੇ ਦੂਸਰੀ ਗੱਲ ਜਿਹੜੀ ਆਮ ਆਦਮੀ ਪਾਰਟੀ ਦੀ ਆ ਉਹਨਾਂ ਨੂੰ ਵੀ ਹਾਲੇ ਤੱਕ ਜਿਹੜੀ ਚਿਹਰਿਆਂ ਦੀ ਤਲਾਸ਼ ਆ ਉਹਦੀ ਗੱਲਬਾਤ ਅਸੀਂ ਪਹਿਲਾਂ ਕਰ ਚੁੱਕੇ ਹਾਂ, ਉਹ ਸਾਰੀ ਅਸੀਂ ਗੱਲ ਜਾਣਦੇ ਹਾਂ ਜੀ। ਤੇ BJP ਦੀ ਵਿਰੋਧ ਦੀ ਗੱਲ ਕੀਤੀ ਹੈ। ਕੱਲ ਵੀ BJP ਦੇ ਜਿਹੜੇ ਪੰਜਾਬ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਕਿਸਾਨਾਂ ਦੇ ਵਿਰੋਧ ਦਾ, ਪਰ ਉਹਨਾਂ ਨੇ ਕਾਫੀ ਸਾਰਾ ਅਸ਼ਵਨੀ ਸ਼ਰਮਾ ਨੇ ਕਾਫੀ ਸਾਰੇ ਲਾਲਚ ਦੇ ਦਿੱਤੇ ਪੰਜਾਬੀਆਂ ਨੂੰ ਜੀ। ਤੁਸੀਂ ਸਾਂਝਾ ਕਰੋ ਸਾਡੇ ਦਰਸ਼ਕਾਂ ਦੇ ਨਾਲ ਕਿ ਆਫਟਰ ਆਲ ਕਿ ਉਹਨਾਂ ਲਾਲਚਾਂ ਦੇ ਵਿੱਚ ਸਾਡੇ ਪੰਜਾਬੀਆਂ ਦਾ ਕੀ ਉਹਨਾਂ ਨੂੰ ਦਿੱਤਾ ਜਾ ਰਿਹਾ। ਬਿਲਕੁਲ ਹਰਪ੍ਰੀਤ ਜੀ, ਇਹਨਾਂ ਨੂੰ ਤੁਸੀਂ ਇਦਾਂ ਕਹਿ ਸਕਦੇ ਆ, ਅਸੀਂ ਅਕਸਰ ਇਹ ਜਾਣਦੇ ਆ ਕਿ ਜਦੋਂ ਵੀ ਇਲੈਕਸ਼ਨ ਆਉਂਦੀਆਂ ਤੇ ਫਿਰ ਤੁਹਾਡੇ ਵੱਲ ਨੂੰ ਉਹ ਜਿਹੜੇ ਲਾਲਚ ਨੇ ਉਹ ਸੁੱਟੇ ਜਾਂਦੇ ਨੇ, ਬਿਲਕੁਲ ਲਿਊਰ ਦਿੱਤੇ ਜਾਂਦੇ ਨੇ, ਵਾਅਦੇ ਕੀਤੇ ਜਾਂਦੇ ਨੇ ਵੱਡੇ ਵੱਡੇ ਚੋਣ ਵਾਅਦੇ। ਇਸੇ ਕਰਕੇ ADR ਵਰਗੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਕੁਝ NGOs ਨੇ ਜਿਹੜੇ ਕੋਰਟ ਤੱਕ ਵੀ ਇਸ ਗੱਲ ਨੂੰ ਲੈ ਕੇ ਪਹੁੰਚੇ ਨੇ ਕਿ ਜਿਹੜਾ ਵੀ ਚੋਣ ਮੈਨੀਫੈਸਟੋ ਪਾਰਟੀਆਂ ਜਾਰੀ ਕਰਦੀਆਂ ਉਹਨੂੰ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ। ਪਰ ਅਸੀਂ ਜਾਣਦੇ ਹਾਂ ਕਿ ਜਦੋਂ ਤੱਕ ਗੱਲ ਇਲੈਕਸ਼ਨ ਰਿਫਾਰਮਸ ਦੀ ਹੁੰਦੀ ਆ ਤੇ ਜਾਂ ਫਿਰ ਕੋਈ ਗੱਲ ਜਿਹੜੀ ਆ ਲੋਕਾਂ ਦੇ ਭਲੇ ਦੀ ਹੁੰਦੀ ਆ, ਫਿਰ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋ ਜਾਂਦੀਆਂ ਜੀ। ਉਦੋਂ ਵੀ ਇਕਜੁੱਟ ਹੁੰਦੇ ਨੇ ਜਦੋਂ ਇਹਨਾਂ ਨੇ ਆਪਣੇ ਫੰਡਸ ਰੇਜ਼ ਕਰਨੇ ਹੁੰਦੇ ਆ ਜਾਂ ਆਪਣੇ ਤਨਖਾਹਾਂ ਵਧਾਉਣੀਆਂ ਹੁੰਦੀਆਂ। ਤੁਸੀਂ ਗੱਲ BJP ਦੀ ਕਰਦੇ ਸੀ, BJP ਦੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਕੱਲ ਜਲੰਧਰ ਦੇ ਵਿੱਚ ਸੀ, ਉਹਨਾਂ ਨੇ ਇੱਕ ਕਾਰਜਕਾਰਨੀ ਦੀ ਮੀਟਿੰਗ ਰੱਖੀ ਸੀ, ਕਾਫੀ ਸਾਰੇ ਲੀਡਰ ਉਹਨਾਂ ਦੇ ਨਾਲ ਸੀ। ਬਾਅਦ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਹਾਲਾਂਕਿ ਉਹਨਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਉੱਥੇ ਪਹੁੰਚਣ ਤੱਕ ਵੀ ਉਹਨਾਂ ਨੂੰ ਕਾਫੀ ਟਾਈਮ ਲੱਗਾ। ਤੇ ਬੀਤੇ ਸਮੇਂ ਤੋਂ ਜੇ ਅਸੀਂ ਗੱਲ ਕਰੀਏ ਤੇ 8-9 ਮਹੀਨਿਆਂ ਤੋਂ BJP ਦੇ ਸਾਰੇ ਆਗੂਆਂ ਦਾ ਪੰਜਾਬ 'ਚ ਕਿਤੇ ਘੱਟ ਕਿਤੇ ਵੱਧ ਇਹੀ ਹਾਲ ਆ। ਅਸੀਂ ਕਿਸੇ ਦੇ ਘਰ ਦੇ ਅੱਗੇ ਕੂੜੇ ਦੇ ਢੇਰ ਵੀ ਦੇਖੇ ਤੇ ਕਿਸੇ ਦੇ ਕੱਪੜੇ ਪਾੜ ਕੇ ਲੋਕਾਂ ਨੇ ਕੁੱਟਦੇ ਹੋਏ ਵੀ ਦੇਖੇ। ਸੋ ਇਹ ਹੱਦ ਸੀ ਵਿਰੋਧ ਦੀ, ਸਤੇ ਹੋਏ ਜਾਂ ਸਤਾਏ ਹੋਏ ਲੋਕਾਂ ਦਾ ਵਿਰੋਧ ਸੀ। ਹਾਲਾਂਕਿ ਅਸੀਂ ਇਸ ਗੱਲ ਦੀ ਤਸ਼ਬੀਹ ਨਹੀਂ ਕਰਦੇ, ਇਹਨੂੰ ਅਸੀਂ ਲੋਕਤੰਤਰ ਦੇ ਵਿੱਚ ਕਿਸੇ ਵੀ ਪਾਸਿਓਂ ਚੰਗਾ ਨਹੀਂ ਸਮਝਦੇ, ਪਰ ਫਿਰ ਵੀ ਉਹਨਾਂ ਨੇ ਜਿਹੜੀ ਕੱਲ ਗੱਲਬਾਤ ਕੀਤੀ ਆ, ਇਸ ਤੋਂ ਪਹਿਲਾਂ ਵੀ ਉਹ ਗੱਲ ਕਰ ਚੁੱਕੇ ਆ ਕਿ ਜਦੋਂ ਸਾਡੀ ਸਰਕਾਰ ਬਣੇਗੀ ਤੇ ਅਸੀਂ ਮੁੱਖ ਮੰਤਰੀ ਹੀ ਜਿਹੜਾ ਆ ਉਹ ਦਲਿਤ ਭਾਈਚਾਰੇ 'ਚੋਂ ਬਣਾਵਾਂਗੇ ਜੀ। ਦੂਸਰੀ ਉਹਨਾਂ ਨੇ ਜਿਹੜੀ ਗੱਲ ਕੀਤੀ ਕਿ 117 ਦੀਆਂ 117 ਸੀਟਾਂ ਦੇ ਵਿੱਚ ਹੀ ਅਸੀਂ ਜਲਦੀ ਜਿਹੜੀਆਂ ਸੰਮੇਲਨ ਜਿਹੜੇ ਆ ਜਾਂ ਸਭਾਵਾਂ ਆ ਜਾਂ ਰੈਲੀਆਂ ਜਿਹੜੀਆਂ ਉਹ ਕਰਾਂਗੇ। ਤੀਸਰੀ ਜਿਹੜੀ ਗੱਲ ਕੀਤੀ ਉਹ ਬਹੁਤ ਸੁਣਨ ਨੂੰ ਚੰਗੀ ਲੱਗਦੀ ਆ ਵਾਅਦਿਆਂ ਦੇ ਤੌਰ ਤੇ ਕਿ ਅਸੀਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਜੀ। ਪਰ ਫਿਰ ਗੱਲ ਉੱਥੇ ਹੀ ਆ ਕਿ ਸੁਖਬੀਰ ਬਾਦਲ ਤੋਂ ਤਾਂ ਲੋਕੀ ਸਵਾਲ ਪੁੱਛਦੇ ਨੇ। ਸਵਾਲ ਭਾਈ ਸਾਹਿਬ ਜਦੋਂ ਤੁਸੀਂ ਹਲਕਿਆਂ 'ਚ ਜਾਣਾ ਤੁਹਾਡੇ ਤੋਂ ਵੀ ਇਹ ਗੱਲ ਪੁੱਛੇ ਜਾਣੇ ਆ। ਜੇ ਤੁਹਾਡਾ ਵਿਰੋਧ ਕਰਨਾ ਪੰਜਾਬੀਆਂ ਨੇ ਛੱਡ ਵੀ ਦਿੱਤਾ ਕਿ ਇਹ ਨਸ਼ਾ ਮੁਕਤ ਪੰਜਾਬ ਦੀ ਤੁਸੀਂ ਹੁਣ ਗੱਲ ਕਰਨ ਲੱਗੇ ਆ, ਜਦੋਂ 5 ਸਾਲ ਪਹਿਲਾਂ 10 ਸਾਲ ਤੁਸੀਂ ਇਸੇ ਸੱਤਾ 'ਚ ਭਾਈਵਾਲ ਸੀ ਉਦੋਂ ਨਸ਼ਾ ਮੁਕਤ ਪੰਜਾਬ ਦੀ ਗੱਲ ਤੁਸੀਂ ਕਿਸੇ ਨੇ ਕੀਤੀ ਜੀ? ਕੀ ਤੁਸੀਂ ਉਸ ਦਿਨ ਕਹਿੰਦੇ ਸੀ ਪੰਜਾਬ 'ਚ ਨਸ਼ਾ ਹੀ ਹੈ ਨਹੀਂ? 10 ਸਾਲ ਇਹੀ BJP ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਈਵਾਲ ਸੀ। ਮੈਂ ਨਹੀਂ ਕਹਿੰਦਾ ਕਿ ਨਸ਼ਾ ਇਹਨਾਂ 10 ਸਾਲਾਂ 'ਚ ਆਇਆ, ਉਹ ਤੋਂ ਪਹਿਲਾਂ ਵੀ ਸੀ, ਪਰ ਹੁਣ ਤੁਸੀਂ ਉਹੀ ਮੁੱਦੇ ਦੁਬਾਰਾ ਚੁੱਕ ਰਹੇ ਆ ਜਿਹੜੇ ਬਾਕੀ ਪਾਰਟੀਆਂ ਨੇ ਵੀ ਚੁੱਕੇ ਹੋਏ ਨੇ। ਬਿਜਲੀ ਮੁਫਤ ਕਰਨ ਦੀਆਂ ਗੱਲਾਂ ਵੀ ਇਹਨਾਂ ਨੇ ਕੀਤੀਆਂ।
ਤੇ ਨਾਲ ਦੀ ਨਾਲ ਇੱਕ ਜਿਹੜੀ ਗੱਲ ਹੋਰ ਕੀਤੀ ਉਹਨਾਂ ਨੇ, ਬੀਤੇ 4-5 ਦਿਨ ਪੰਜਾਬ ਦੇ ਵਿੱਚ ਗੰਨੇ ਦੇ ਭਾਅ ਨੂੰ ਵਧਣ ਲਈ ਇੱਕ ਲੱਗਾ ਹੋਇਆ ਸੀਗਾ ਧਰਨਾ, ਤੇ ਉਹਦੀ ਮਸਲਾ ਹੱਲ ਕੱਲ ਹੋ ਗਿਆ। ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜੇ ਸਾਡੀ ਸਰਕਾਰ ਆਈ ਤੇ ਇਸ ਜਿਹੜਾ ਗੰਨੇ ਦਾ ਭਾਅ ਆ ਉਹ 450 ਰੁਪਏ ਕਰ ਦਿਆਂਗੇ। ਜਦੋਂ ਕਿ ਅਸੀਂ ਜਾਣਦੇ ਹਾਂ ਕਿ ਜਿਹੜੀਆਂ ਗੱਲਾਂ ਆ ਕਹਿਣੀਆਂ ਤੇ ਕਰਨੀਆਂ ਜਿਹੜੀਆਂ ਬਿਲਕੁਲ ਇਰਰੈਲੇਵੈਂਟ ਨੇ। ਪਿਛਲੇ 4 ਸਾਲ ਸਰਕਾਰ ਨੇ 50 ਰੁਪਏ ਵਧਾਏ ਨੇ ਤੇ ਇਹ ਆਉਂਦਿਆਂ ਹੀ 100 ਰੁਪਇਆ ਵਧਾਉਣ ਦੀ ਗੱਲ ਕਰਦੇ ਨੇ। ਦੇਖੋ ਇਹੋ ਜਿਹੇ ਵਾਅਦੇ ਜਿਹੜੇ ਆ ਉਹ ਬਿਲਕੁਲ ਅਸੀਂ ਮੀਡੀਆ ਦੀ ਗੱਲ ਕਰੀਏ, ਲੋਕਾਂ ਦੀ ਗੱਲ ਕਰੀਏ ਤੇ ਗੱਲ ਉਹੀ ਕਰਨੀ ਚਾਹੀਦੀ ਹੈ ਜਿਹੜੀ ਤੁਹਾਡੇ ਕੋਲ ਰੈਲੇਵੈਂਟ ਹੋਵੇ। ਪਰ ਇਹਨਾਂ ਦਾ ਕਸੂਰ ਨਹੀਂ ਆ, ਇਹਨਾਂ ਦੇ ਜਿਹੜੇ ਵੱਡੇ ਲੀਡਰ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ, ਉਹ ਇੱਕ ਦਿਨ ਕੁਝ ਹੋਰ ਕਹਿ ਜਾਂਦੇ ਨੇ, ਦੂਜੇ ਦਿਨ ਕੁਝ ਹੋਰ ਕਹਿ ਜਾਂਦੇ ਨੇ। ਤੋ ਜਿਹੜੀ ਇਹ ਜੁਮਲਿਆਂ ਵਾਲੀ ਗੱਲਬਾਤ ਆ ਉਹ ਰਾਜਨੀਤੀ ਨਹੀਂ ਕਰਨੀ ਚਾਹੀਦੀ, ਗਰਾਊਂਡ ਰਿਐਲਿਟੀ ਦੇ ਉੱਤੇ ਗੱਲਾਂ ਕਰਨੀ ਚਾਹੀਦੀਆਂ ਨੇ। ਚੋਣਾਂ ਲੜਨੀਆਂ ਹਰ ਪਾਰਟੀ ਦਾ ਅਧਿਕਾਰ ਆ ਤੇ ਲੋਕਾਂ ਦਾ ਅਧਿਕਾਰ ਆ ਉਹਨਾਂ ਨੇ ਵੋਟ ਪਾਉਣੀ ਆ ਜਾਂ ਵਿਰੋਧ ਕਰਨਾ। ਜੀ ਸ਼ਰਮਾ ਜੀ, ਇਹ ਚਰਚਾ ਇਸੇ ਤਰ੍ਹਾਂ ਜਾਰੀ ਰਹੇਗੀ, ਪਰ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਵਾਗਤ ਹੈ। ਸ਼ਰਮਾ ਜੀ, ਹੁਣ ਅਸੀਂ ਗੱਲ ਕਰ ਲਈਏ ਉਹ ਵਿਚਾਰੇ ਕਿਸਾਨਾਂ ਦੀ ਜਿਹੜੇ ਦਿੱਲੀ ਦੀਆਂ ਸੜਕਾਂ ਤੇ 9 ਮਹੀਨੇ ਹੋ ਗਏ ਉਹਨਾਂ ਨੂੰ, ਤੇ ਹੁਣ 10ਵਾਂ ਮਹੀਨਾ ਲੱਗ ਗਿਆ। ਤੇ ਆਪਣੀ ਇਸੇ ਸੰਘਰਸ਼ ਨੂੰ ਹੋਰ ਤਿੱਖਾ ਤੇਜ਼ ਕਰਨ ਲਈ ਪਹਿਲਾਂ ਹੀ ਕਿਸਾਨਾਂ ਨੇ ਐਲਾਨ ਕਰ ਦਿੱਤਾ ਸੀ ਕਿ 26 ਤੇ 27 ਤਰੀਕ ਨੂੰ ਕੌਮੀ ਕਨਵੈਨਸ਼ਨ ਕੀਤੀ ਜਾਏਗੀ, ਤੇ ਅੱਜ ਉਹ ਸ਼ੁਰੂ ਹੋ ਰਹੀ ਹੈ। ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਕਿਹਾ ਵਿਚਾਰੇ ਕਿਸਾਨ, ਇਹ ਗੱਲ ਬਿਲਕੁਲ ਠੀਕ ਬੈਠਦੀ ਆ ਅੱਜ ਦੇ ਸੰਦਰਭ 'ਚ ਜਦੋਂ ਅਸੀਂ ਇਸ ਡਿਸਕਸ਼ਨ ਨੂੰ ਕਰਦੇ ਹਾਂ। ਜੀ, ਪਰ ਜੇਕਰ ਸਾਡੀਆਂ ਸਰਕਾਰਾਂ ਇਸ ਮਸਲੇ ਨੂੰ ਲੈ ਕੇ ਸੁਹਿਰਦ ਹੋਣ, ਸੰਵੇਦਨਸ਼ੀਲ ਹੋਣ, ਸੱਚ ਤੇ ਝੂਠ ਦਾ, ਗਲਤ ਤੇ ਸਹੀ ਦਾ ਫਰਕ ਕਰਨ ਵਾਲੀਆਂ ਹੋਣ, ਤੇ ਫਿਰ ਅਸੀਂ ਇਹਨਾਂ ਕਿਸਾਨਾਂ ਨੂੰ ਵਿਚਾਰੇ ਨਾ ਕਹਿੰਦੇ। ਬਿਲਕੁਲ। ਦੇਖੋ, ਅਸੀਂ ਇਹ ਇੱਕ ਹਰਪ੍ਰੀਤ ਜੀ ਚੁਟਕਲੇ ਬਣ ਗਏ ਇਸ ਗੱਲ ਦੇ ਉੱਤੇ ਕਿ ਜਿਹੜਾ ਤਾਂ ਹੈਗਾ ਦੁੱਧ, ਉਹਨੂੰ ਤੇ ਲੈਣ ਲਈ ਤੁਹਾਨੂੰ ਜਾਣਾ ਪੈਂਦਾ, ਜਾਂ ਦੋਜੀ ਤੁਹਾਡੇ ਘਰ ਤੱਕ ਦੁੱਧ ਦੇਣਾ ਜਾਂਦਾ। ਜੀ। ਤੇ ਜਿਹੜੀਆਂ ਨੇ ਲਗਜ਼ਰੀ ਦੀਆਂ ਚੀਜ਼ਾਂ, ਚਾਹੇ ਉਹ ਸ਼ਰਾਬ ਆ ਤੇ ਚਾਹੇ ਕੋਈ ਹੋਰ ਚੀਜ਼ਾਂ ਆ, ਉਹਨਾਂ ਦੀਆਂ ਦੁਕਾਨਾਂ ਦੇ ਅੱਗੇ ਲਾਈਨਾਂ ਲੱਗਦੀਆਂ। ਤੇ ਕਿਸਾਨੀ ਦੀ ਜੇ ਅਸੀਂ ਗੱਲ ਕਰੀਏ ਤੇ ਇਸ ਕੋਵਿਡ ਦੇ ਦੌਰਾਨ ਇਹ ਗੱਲ ਸਿੱਧ ਹੋਈ ਕਿ ਦੁਨੀਆ ਦੇ ਵਿੱਚ ਕੋਈ ਸਭ ਤੋਂ ਜ਼ਰੂਰੀ ਚੀਜ਼ ਜੇ ਹੈ ਤਾਂ ਉਹ ਫੂਡ ਆ। ਬਿਲਕੁਲ। ਤੇ ਜਦੋਂ ਅਸੀਂ ਇਸ ਗੱਲ ਨੂੰ ਕਈ ਵਾਰ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਦੁਨੀਆ ਦੇ ਵਿੱਚ ਇਸ ਵੇਲੇ ਜੇ ਸਭ ਤੋਂ ਵੱਡਾ ਕੋਈ ਕਿਸਾਨ ਆ ਤੇ ਉਹ ਬਿਲ ਗੇਟਸ ਆ। ਜੀ। ਹੈ ਨਾ ਜੀ, ਦੁਨੀਆ ਦਾ ਸਭ ਤੋਂ ਅਮੀਰ ਬੰਦਾ ਸੀ ਤੇ ਉਹਨੇ ਅਮਰੀਕਾ ਦੇ ਵਿੱਚ ਕੋਈ 3 ਲੱਖ ਦੇ ਕਰੀਬ ਏਕੜ ਜ਼ਮੀਨ ਜਿਹੜੀ ਆ ਉਹ 8-9 ਸਟੇਟਾਂ ਦੇ ਵਿੱਚ ਖਰੀਦੀ ਆ। ਤੇ ਉਹਦਾ ਆਉਣ ਵਾਲਾ ਜਿਹੜਾ ਡੈਸਟੀਨੇਸ਼ਨ ਆ, ਜਾਂ ਉਹਦਾ ਜਿਹੜਾ ਪਲਾਨ ਆ, ਉਹਦਾ ਜਿਹੜਾ ਇਰਾਦੇ ਨੇ, ਉਹ ਫੂਡ ਬਿਜ਼ਨਸ ਦੇ ਵਿੱਚ ਆਉਣ ਦੇ ਨੇ, ਜਾਂ ਘੱਟੋ ਘੱਟ ਉਸ ਚੀਜ਼ ਦੇ ਉੱਤੇ ਕਬਜ਼ਾ ਕਰਨ ਦੇ ਨੇ, ਜਾਂ ਇਸ ਬਿਜ਼ਨਸ ਦੇ ਵਿੱਚ ਆਉਣ ਦੇ ਨੇ ਜਿਹੜਾ ਕਿ ਦੁਨੀਆ ਦਾ ਸਭ ਤੋਂ ਜ਼ਰੂਰੀ ਬਿਜ਼ਨਸ ਹੈ। ਬਿਲਕੁਲ, ਹੈ ਨਾ ਜੀ। ਅਸੀਂ ਆਮ ਤੌਰ ਤੇ ਪੰਜਾਬੀ 'ਚ ਗੱਲ ਸਮਝਦੇ ਹਾਂ ਕਿ ਕੁੱਲੀ, ਗੁੱਲੀ ਤੇ ਜੁੱਲੀ, ਰੋਟੀ, ਕੱਪੜਾ ਤੇ ਮਕਾਨ ਜਿਹੜੇ ਆ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੇ। ਫਿਰ ਵੀ ਉਹ ਜਿਹੜੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਲੇ ਲੋਕ ਨੇ, ਉਹਨਾਂ ਮੁੱਢਲੀਆਂ ਲੋੜਾਂ ਨੂੰ ਆਮ ਲੋਕਾਂ ਦੇ ਮੂੰਹ ਤੱਕ ਲੈ ਕੇ ਆਉਣ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਅਸੀਂ ਟੀਵੀ ਦੇ ਉੱਤੇ ਬੈਠ ਕੇ ਵਿਚਾਰੇ ਕਹਿ ਰਹੇ ਹਾਂ। ਤੁਹਾਡਾ ਜਾਂ ਮੇਰਾ ਕਸੂਰ ਨਹੀਂ ਆ, ਹਾਲਾਤ ਸਾਡੇ ਸਾਹਮਣੇ ਇਹੋ ਜਿਹੇ ਬਣੇ ਹੋਏ ਨੇ ਜਾਂ ਬਣਾਏ ਗਏ ਨੇ। ਬਿਲਕੁਲ। ਪਿਛਲੇ ਦਿਨੀ ਆਸਟ੍ਰੇਲੀਆ ਦੇ ਵਿੱਚ, ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਗਏ ਲੋਕਾਂ ਵੱਲੋਂ ਭਾਰਤੀ ਕਿਸਾਨਾਂ ਦੇ ਹੱਕ ਵਿੱਚ। ਇਸ ਗੱਲ ਨੂੰ ਦੇਖਣਾ ਬਣਦਾ, ਸਮਝਣਾ ਬਣਦਾ ਤੇ ਸੋਚਣਾ ਬਣਦਾ। ਉਹਨਾਂ ਲੋਕਾਂ ਨੇ ਭਾਰਤ ਦੇ ਕਿਸਾਨਾਂ ਨੂੰ ਇਸ ਅੰਦੋਲਨ ਨੂੰ ਕਰਨ ਲਈ ਸ਼ਾਬਾਸ਼ ਦਿੱਤੀ ਕਿ ਤੁਸੀਂ ਆਪਣੇ ਹੱਕਾਂ ਲਈ ਡਟੇ ਹੋ, ਤੁਸੀਂ ਇਸ ਸਮੱਸਿਆ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਏ ਹੋ। ਕਿਉਂਕਿ ਮੈਂ ਦੁਬਾਰਾ ਜ਼ਿਕਰ ਕਰਦਾ ਇਸ ਗੱਲ ਦਾ ਹਰਪ੍ਰੀਤ ਜੀ ਕਿ ਇਹ ਸਮੱਸਿਆ ਸਿਰਫ ਪੰਜਾਬ ਦੇ ਕਿਸਾਨਾਂ ਦੀ ਨਹੀਂ, ਜਾਂ ਸਿਰਫ ਭਾਰਤ ਦੇ ਕਿਸਾਨਾਂ ਦੀ ਨਹੀਂ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਜੀ, ਜਦੋਂ ਅਸੀਂ ਕੌਫੀ ਪੀਂਦੇ ਹਾਂ ਕਿਸੇ ਵੀ ਚੰਗੇ ਬ੍ਰਾਂਡ ਤੋਂ, ਤੇ ਅਸੀਂ 200-250 ਰੁਪਈਆ ਉਸ ਕੌਫੀ ਦੇ ਉੱਤੇ ਜਾਂ ਇਸ ਤੋਂ ਵੱਧ ਵੀ ਆਰਾਮ ਨਾਲ ਖਰਚ ਦਿੰਦੇ ਹਾਂ। ਬਿਲਕੁਲ। ਤੁਸੀਂ ਸੋਚੋ, ਜਿਹੜੇ ਲੋਕ ਕੌਫੀ ਬੀਜਦੇ ਨੇ, ਜਿੱਥੋਂ ਕੌਫੀ ਬੀਨਸ ਹੁੰਦੀਆਂ ਨੇ, ਉਹਨਾਂ ਨੂੰ ਦਿਹਾੜੀ ਦੇ 20 ਰੁਪਏ ਵੀ ਨਹੀਂ ਮਿਲਦੇ ਉਜਰਤ। ਤੇ ਇਸੇ ਤਰੀਕੇ ਨਾਲ ਜਦੋਂ ਸਾਡੇ ਬੱਚੇ ਚਾਕਲੇਟ ਦੀ ਡਿਮਾਂਡ ਕਰਦੇ ਆ, ਅਸੀਂ ਲੈ ਕੇ ਆਉਂਦੇ ਹਾਂ, ਤੇ ਉਹ ਵੀ ਸੈਂਕੜਿਆਂ ਦੇ ਵਿੱਚ ਉਹਦੀ ਕੀਮਤ ਆ। ਬਿਲਕੁਲ। ਤੇ ਉਹ ਜਿਹੜੇ ਕੋਕੋਆ ਦੇ ਪ੍ਰੋਡਿਊਸਰਸ ਦੇਸ਼ ਨੇ ਅਫਰੀਕਨ ਕੰਟਰੀਜ਼ ਦੇ, ਉਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਪੈਸੇ ਨੇ ਉਹ ਉਨੇ ਕੀ ਮਿਲਦੇ ਆ ਜਿੰਨੇ ਕਿ ਇੱਥੇ ਦੁੱਧ ਵੇਚਣ ਵਾਲੇ ਨੂੰ ਮਿਲਦੇ ਆ, ਜਾਂ ਜਿੰਨੇ ਕਿ ਕਣਕ ਝੋਨੇ ਵਾਲੇ ਨੂੰ ਮਿਲਦੇ ਆ, ਤੇ ਜਾਂ ਫਿਰ ਡਾਂਗਾਂ ਖਾ ਕੇ ਗੰਨੇ ਵਾਲਿਆਂ ਨੂੰ ਰੇਟ ਜਿਹੜਾ ਉਹ ਮਿਲਦਾ। ਤੇ ਕਿਸਾਨ, ਤੁਸੀਂ ਗੱਲ ਕੀਤੀ ਕਿ ਬਿਲਕੁਲ 9 ਮਹੀਨੇ ਹੋ ਗਏ, 26 ਨਵੰਬਰ ਤੋਂ ਸ਼ੁਰੂ ਹੋਇਆ ਸੀ ਤੇ 26 ਅਗਸਤ, 26 ਤੇ 27 ਇਹਨਾਂ 2 ਦਿਨਾਂ ਲਈ ਇੱਕ ਆਲ ਇੰਡੀਆ ਕਨਵੈਨਸ਼ਨ ਰੱਖੀ ਆ। ਤੁਸੀਂ ਫਿਰ ਗੱਲ ਦੁਬਾਰਾ ਹੋ ਗਈ ਆ ਕਿ ਉਹਨਾਂ ਨੂੰ ਅਸੀਂ ਵਿਚਾਰੇ ਕਹਿੰਦੇ ਆ। ਮੈਂ ਕਹੂੰਗਾ ਕਿ ਇੰਨਾ ਹੌਸਲਾ
ਦੁਨੀਆ ਦੇ ਵਿੱਚ ਜੇ ਕਿਸੇ ਕੰਮ ਕਰਨ ਵਾਲੀ ਕੌਮ ਕੋਲ ਹੋਵੇਗਾ ਤਾਂ ਉਹ ਸਿਰਫ ਕਿਸਾਨ ਹੀ ਨੇ। ਮੈਂ ਅੱਜ ਹੀ ਸੁਣ ਰਿਹਾ ਸੀ, ਆਪਣੇ ਟੀਵੀ ਤੋਂ ਚੱਲ ਰਹੀ ਸੀ, ਡਕੈਤ ਸਾਹਿਬ ਬੋਲ ਰਹੇ ਸੀ ਉੱਥੇ ਕਿ ਅੰਦੋਲਨ ਦਾ ਤੇ ਮਜ਼ਾ ਹੀ ਹੋਣਾ ਆ ਜੀ। ਦੇਖੋ ਕੈਸੀ ਮਾਨਸਿਕ ਸਥਿਤੀ ਦੇ ਲੋਕ ਹੋਣੇ ਨੇ ਉਹ। ਅਸੀਂ ਹੁਣੇ ਸੁਖਬੀਰ ਸਿੰਘ ਬਾਦਲ ਦੀ ਮਾਨਸਿਕ ਸਥਿਤੀ ਦੀ ਗੱਲ ਕਰਦੇ ਸੀ, ਉਹਨਾਂ ਨੇ ਚੋਣਾਂ ਜਿੱਤੀਆਂ ਤੇ ਉਹ ਮਨੋਬਲ ਉੱਚਾ ਹੋਇਆ। ਤੇ ਟਕੈਤ ਸਾਹਿਬ 9 ਮਹੀਨੇ ਤੋਂ ਉਸ ਬਾਰਡਰ ਤੇ ਬੈਠੇ ਨੇ ਜਿੱਥੇ ਉਹਨਾਂ ਨੇ ਆਪਣੇ ਘਰ ਨਹੀਂ ਜਾ ਕੇ ਦੇਖਿਆ। ਗਾਹੇ ਬਗਾਹੇ ਗਏ ਹੋਣਗੇ ਆਪਣੇ ਘਰ, ਪਰ 9 ਮਹੀਨੇ ਤੋਂ ਇੱਕ ਲੀਡਰ ਨੇ, ਇੱਕ ਜਥੇਬੰਦੀ ਦੇ ਆਗੂ ਨੇ ਤੇ ਇੱਕ ਸੜਕ ਦੇ ਉੱਤੇ, ਜਰਨੈਲੀ ਸੜਕ ਦੇ ਉੱਤੇ ਬੈਠੇ ਹੋਏ ਨੇ ਤੇ ਉਹ ਕਹਿ ਰਹੇ ਨੇ ਕਿ ਅੰਦੋਲਨ ਦਾ ਮਜ਼ਾ ਤਾਂ ਅਬ ਆ ਰਹਾ ਹੈ। ਸਾਰੇ ਮੌਸਮ 1 ਸਾਲ ਦੇ ਉਹਨਾਂ ਨੇ ਹੰਢਾ ਲਏ ਨੇ। ਚੜ੍ਹਦੇ ਸਿਆਲ 'ਚ ਸ਼ੁਰੂ ਹੋਇਆ ਸੀ, ਸਿਆਲ ਪੂਰਾ ਦੇਖ ਲਿਆ, ਗਰਮੀਆਂ ਵੀ ਦੇਖ ਲਈਆਂ, ਬਰਸਾਤ ਵੀ ਦੇਖ ਲਈ ਤੇ ਮੁੜ ਕੇ ਸਿਆਲ ਫਿਰ ਅਗਲੇ ਮਹੀਨੇ ਸ਼ੁਰੂ ਹੋ ਜਾਣਾ। ਇਹੋ ਜਿਹੇ ਹੀ ਦਿਨ ਸੀ ਜਦੋਂ ਸ਼ੁਰੂ ਹੋ ਗਿਆ ਸੀ। ਬਿਲਕੁਲ ਕਿਹੋ ਜਿਹੀ ਹਾਲਾਤ ਹੋਣਗੇ ਇਹਨਾਂ ਸਰਕਾਰਾਂ ਦੇ ਜਿਹੜੀ ਉਹਨਾਂ ਦੀ ਗੱਲ ਨਹੀਂ ਸੁਣ ਰਹੇ, ਕਿੰਨੀ ਦੇਰ ਸੁਣਨਗੇ ਨਹੀਂ ਸੁਣਨਗੇ, ਇਹ ਵੀ ਹਾਲਾਤ ਜਿਹੜੇ ਅਸਾਰ ਆ ਉਹ ਨਜ਼ਰ ਨਹੀਂ ਆ ਰਹੇ। ਫਿਰ ਉੱਥੇ ਅੱਜ ਵੱਖ-ਵੱਖ ਬੁਲਾਰੇ ਬੋਲ ਰਹੇ ਸੀ, ਉਹ ਕਹਿ ਰਹੇ ਸੀਗੇ ਕਿ ਸਰਕਾਰ ਕਹਿੰਦੀ ਆ ਕਿ ਤੁਸੀਂ ਯੂਪੀ ਦੀਆਂ ਇਲੈਕਸ਼ਨਸ ਦੀ ਵੇਟ ਕਰ ਰਹੇ ਹੋ, ਜਾਂ ਸਰਕਾਰ ਯੂਪੀ ਦੀਆਂ ਇਲੈਕਸ਼ਨ ਵੇਟ ਕਰ ਰਹੀ ਹੈ, ਜਾਂ ਬੀਜੇਪੀ ਇਹ ਦੇਖ ਰਹੀ ਹੈ ਕਿ ਕਿਸਾਨ ਅੰਦੋਲਨ ਸਾਡੇ ਵਿਰੋਧ 'ਚ ਹੈ। ਉਹ ਕਹਿੰਦੇ ਅਸੀਂ ਤੇ ਸਾਰੇ ਦੇਸ਼ ਨੂੰ ਦੇਖ ਰਹੇ ਹਾਂ, ਬਿਲਕੁਲ ਅਸੀਂ ਤੇ 24 ਦੀਆਂ ਇਲੈਕਸ਼ਨ ਵੀ ਇਦਾਂ ਹੀ ਦੇਖਾਂਗੇ। ਤੇ ਫਿਰ ਉੱਥੇ ਜੋਗਿੰਦਰ ਯਾਦਵ ਨੇ ਵੀ ਇਹ ਗੱਲ ਕਹੀ ਕਿ 60 ਕਰੋੜ ਲੋਕ ਜਿਹੜੇ ਨੇ ਉਹ ਖੇਤੀ ਨਾਲ ਜੁੜੇ ਹੋਏ ਨੇ। 60 ਕਰੋੜ ਲੋਕ ਜਿਸ ਦਿਨ ਇਹ ਗੱਲ ਸਮਝ ਗਏ ਕਿ ਕਿਸਾਨੀ ਜਿਹੜੀ ਆ ਉਹ ਖਤਰੇ 'ਚ ਆ ਤੇ ਸਰਕਾਰਾਂ ਸਿਰਫ ਔਰ ਸਿਰਫ ਸਾਨੂੰ ਵਰਤਦੀਆਂ ਨੇ, ਉਹ ਸਾਨੂੰ ਵੋਟ ਦੇ ਤੌਰ ਤੇ ਸਮਝਦੀਆਂ ਨੇ, ਫਿਰ ਉਹਨਾਂ ਲਈ ਇਹ ਦੇਸ਼ ਦੇ ਵਿੱਚ ਰਾਜਨੀਤੀ ਕਰਨੀ ਮੁਸ਼ਕਿਲ ਹੋ ਜਾਊਗੀ। ਇੱਕ ਉੱਥੇ ਹੋਰ ਆਗੂ ਗੱਲ ਕਰ ਰਹੇ ਸੀ ਕਿ ਇੱਕ ਸਮਾਂ ਸੀ ਜਦੋਂ ਚੌਧਰੀ ਚਰਨ ਸਿੰਘ ਦਾ ਟਾਈਮ ਸੀ ਜਾਂ ਹੋਰ ਕਿਸਾਨ ਜਥੇਬੰਦੀਆਂ, ਜਾਂ 20 ਸਾਲ ਪਹਿਲਾਂ ਇਹ ਗੱਲ ਕਹੀ ਜਾਂਦੀ ਸੀ ਕਿ ਜੋ ਕਿਸਾਨ ਕੀ ਬਾਤ ਕਰੇਗਾ ਉਹ ਦੇਸ਼ 'ਤੇ ਰਾਜ ਕਰੇਗਾ। ਉਹ ਕਹਿੰਦੇ ਹੁਣ ਸਮਾਂ ਬਦਲ ਗਿਆ, ਹੁਣ ਅਸੀਂ ਨਾਰਾ ਇਹ ਦੇਵਾਂਗੇ ਜੋ ਕਿਸਾਨ ਦੇ ਕੰਮ ਕਰੂਗਾ ਉਹ ਦੇਸ਼ 'ਤੇ ਰਾਜ ਕਰੂਗਾ। ਦੇਖੋ ਇਸ ਸ਼ਬਦ ਨੂੰ ਸਿਰਫ ਅਸੀਂ ਇੱਕ ਨਾਰੇ ਦੇ ਰੂਪ 'ਚ ਨਾ ਦੇਖੀਏ, ਅਸੀਂ ਇਹਨੂੰ ਇੱਦਾਂ ਦੇਖੀਏ ਕਿ ਉਦੋਂ ਲੀਡਰ ਦੇ ਸ਼ਬਦ ਦੀ ਕਦਰ ਸੀ ਕਿ ਜਿਹੜਾ ਕਿਸਾਨ ਦੀ ਗੱਲ ਕਰੇਗਾ, ਜਿਹੜਾ ਕਿਸਾਨ ਦੇ ਮਸਲੇ ਦਾ ਹੱਲ ਕਰੇਗਾ, ਉਹਨੂੰ ਅਸੀਂ ਗੱਲ ਕਰਨ ਵਾਲੇ ਨੂੰ ਵੀ ਠੀਕ ਮੰਨਦੇ ਸੀ। ਪਰ ਅੱਜ ਇਹ ਗੱਲ ਜਿਹੜੀ ਆ ਉਹ ਨਿਰਸਤ ਹੋ ਗਈ, ਉਸ ਗੱਲ ਦਾ ਕੋਈ ਅਰਥ ਨਹੀਂ ਰਿਹਾ, ਕਿਉਂਕਿ ਗੱਲਾਂ ਸਾਰੇ ਕਰਦੇ ਨੇ ਕਿ ਭਾਰਤ ਕ੍ਰਿਸ਼ੀ ਪ੍ਰਧਾਨ ਦੇਸ਼ ਆ, ਭਾਰਤ ਖੇਤੀ ਵਾਲਾ ਦੇਸ਼ ਆ, ਖੇਤੀ ਦੀ ਆਮਦਨ ਅਸੀਂ ਦੁੱਗਣੀ ਕਰ ਦਿਆਂਗੇ। ਫਿਰ ਉੱਥੇ ਇੱਕ ਬੜਾ ਹੋਰ ਬਹੁਤ ਮਹੱਤਵਪੂਰਨ ਪਹਿਲੂ ਉਸ ਕਿਸਾਨ ਆਗੂ ਨੇ ਦੱਸਿਆ ਕਿ ਡੀਜ਼ਲ ਦੀ ਸਬਸਿਡੀ ਨੂੰ ਹਮੇਸ਼ਾ ਇਹ ਖੇਤੀ ਵਾਲੀ ਸਬਸਿਡੀ ਨਾਲ ਜੋੜ ਦਿੰਦੇ ਨੇ ਕਿ ਜਿੰਨੀ ਡੀਜ਼ਲ ਤੇ ਸਬਸਿਡੀ ਹੈ ਉਹ ਸਾਰੀ ਦੀ ਸਾਰੀ ਖੇਤੀ ਸੈਕਟਰ ਦੇ ਉੱਤੇ ਖਰਚ ਕੀਤੀ ਜਾਂਦੀ ਹੈ। ਪਰ ਉਹਨਾਂ ਨੇ ਕਿਹਾ ਕਿ ਟਰੈਕਟਰਾਂ ਦਾ ਤੇ ਡੀਜ਼ਲ ਦੀਆਂ ਕਾਰਾਂ ਦਾ ਇੱਕ ਅੰਕੜਾ ਬਣਾ ਕੇ ਦੇਖੋ, ਡੀਜ਼ਲ ਦੀ ਸਬਸਿਡੀ ਤਾਂ ਸਾਰੀ ਵੱਡੇ ਲੋਕ ਖਰਚਦੇ ਨੇ। ਬਿਲਕੁਲ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਭੁਗਤਦੀਆਂ, ਕਿਸਾਨਾਂ ਦੇ ਵਿਰੋਧ 'ਚ ਜਾਂਦੀਆਂ ਨੇ। ਸਰਕਾਰਾਂ ਨੂੰ ਇਹ ਗੱਲ ਸਮਝਣੀ ਪਊਗੀ ਅੱਜ ਨਹੀਂ ਤਾਂ ਕੱਲ੍ਹ। ਜੇ ਗੱਲ ਸਿਰਫ ਵੋਟਾਂ ਦੀ ਨਹੀਂ ਹੈ, ਜੇ ਬੀਜੇਪੀ ਅੱਜ ਇਹ ਗੱਲ ਸੋਚ ਰਹੀ ਆ ਕਿ ਕਿਸਾਨ ਅੰਦੋਲਨ ਬੀਜੇਪੀ ਦੇ ਵਿਰੋਧ 'ਚ ਆ ਤਾਂ ਉਹ ਇੱਦਾਂ ਬਿਲਕੁਲ ਨਹੀਂ ਹੈ। ਕਿਸਾਨ ਜਿਹੜੇ ਆ ਉਹਨਾਂ ਦੀ ਜਿਹੜੀ ਸਮੱਸਿਆ ਆ ਉਹ ਬਿਲਕੁਲ ਜੈਨੂਅਨ ਆ। 11 ਮੀਟਿੰਗਸ ਹੋ ਕੇ ਉਹਨਾਂ ਨੇ ਆਪਣੀ ਸਾਰੀ ਗੱਲ ਸਾਰੇ ਲੀਡਰਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਪੁਆਇੰਟ ਟੂ ਪੁਆਇੰਟ ਸਮਝਾ ਦਿੱਤੀ। ਹਾਲਾਂਕਿ ਉਹਨਾਂ ਮੀਟਿੰਗਾਂ ਤੋਂ ਬਾਅਦ ਇੱਕ ਜਿਹੜੀ ਗੈਰ ਰਸਮੀ ਤੌਰ ਤੇ ਮੀਟਿੰਗ ਅਮਿਤ ਸ਼ਾਹ ਨਾਲ ਹੋਈ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਤੁਹਾਡੀ ਗੱਲ ਸਾਰੀ ਠੀਕ ਆ, ਤੁਸੀਂ ਸਿਰਫ ਸਾਡੀ ਇੱਜ਼ਤ ਰੱਖਣ ਲਈ ਇਸ ਕਾਨੂੰਨ ਦਾ ਨਾਂ ਰਹਿਣ ਦਿਓ, ਵਿੱਚੋਂ ਭਾਵੇਂ ਸਾਰਾ ਕੁਝ ਬਦਲਾ ਲਓ। ਯਾਰ ਅਜੀਬ ਹੈਂਕੜਿਆ, ਅਜੀਬ ਅਭਿਮਾਨ ਆ, ਅਜੀਬ ਤੁਸੀਂ ਮਾਨਸਿਕਤਾ ਦੇ ਬਣੇ ਹੋਏ ਹੋ। ਸਟੇਟਸਮੈਨ ਨੂੰ ਤੇ ਚਾਹੀਦਾ ਹੈ ਕਿ ਜਿਹੜੀ ਗੱਲ ਠੀਕ ਆ ਉਹਨੂੰ ਠੀਕ ਮੰਨ ਲਈਏ, ਪਰ ਕਿਸਾਨ ਵੀ ਹੁਣ ਇਸ ਗੱਲ ਤੇ ਅੜੇ ਹੋਏ ਨੇ। ਉਹ ਤਾਂ ਕਹਿੰਦੇ ਨੇ ਕਿ 9 ਮਹੀਨੇ ਹੋਏ ਨੇ, ਜੇ 2 ਸਾਲ ਵੀ ਲੰਘ ਜਾਣ, 24 ਦੀਆਂ ਇਲੈਕਸ਼ਨ ਵੀ ਦੇਖਣੀਆਂ ਪੈ ਜਾਣ, ਤਦ ਵੀ ਅਸੀਂ ਇਸ ਚੀਜ਼ ਨੂੰ ਹੱਲ ਕਰਕੇ ਹੀ ਛੱਡਾਂਗੇ। ਪਰ ਗੱਲ ਫਿਰ ਉੱਥੇ ਗੱਲ ਕਰਨੀ ਬਣਦੀ ਆ ਕਿ ਹਾਲਾਤਾਂ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਬੰਦਿਆਂ ਨੂੰ, ਮਹੱਤਵਪੂਰਨ ਕਿੱਤਾ ਕਰਨ ਵਾਲੇ ਲੋਕਾਂ ਨੂੰ ਵਿਚਾਰੇ ਬਣਾ ਕੇ ਰੱਖ ਦਿੱਤਾ। ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਕਵਿਤਾ ਲਿਖੀ ਸੀ, ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜੇ ਭੰਡਾਰੀ ਨੇ, ਇਹ ਜਿਹੜੇ ਦੁਨੀਆ ਨੂੰ ਚਲਾਉਣ ਵਾਲੇ ਨੇ, ਇਹ ਸਾਰੇ ਜਿਹੜੇ ਨੇ ਇਹ ਕਿਸਾਨ ਦਾ ਦਿੱਤਾ ਹੋਇਆ ਖਾਂਦੇ ਨੇ। ਜਦੋਂ ਕਿਸਾਨ ਰਾਤ ਨੂੰ, ਦਿਨ ਨੂੰ, 24 ਘੰਟੇ 12 ਮਹੀਨੇ 30 ਦਿਨ ਕੰਮ ਕਰਕੇ ਮਿਹਨਤ ਨਾਲ ਸਾਰਾ ਕੁਝ ਝੱਲ ਕੇ ਫਸਲ ਉਗਾਉਂਦਾ ਆ, ਫੇਰ ਹੀ ਨਾ ਸਾਰਿਆਂ ਦੇ ਢਿੱਡ ਭਰਦੇ ਨੇ ਤੇ ਰੱਬ ਦਾ ਨਾਮ ਲੈਣ ਨੂੰ ਵੀ ਫੇਰ ਹੀ ਯਾਦ ਆਉਂਦੀ ਹੈ ਜਦੋਂ ਢਿੱਡ ਭਰਿਆ ਹੋਵੇ। ਜੀ ਬਿਲਕੁਲ। ਤੇ ਸ਼ਾਇਦ ਮੈਨੂੰ ਲੱਗਦਾ ਕਿ ਸਰਕਾਰਾਂ ਇਹ ਭੁੱਲ ਗਈਆਂ ਕਿ ਜਦੋਂ ਵੀ ਕਦੀ ਕਿਸੇ ਵੀ ਚੀਜ਼ ਦੀ ਸ਼ੁਰੂਆਤ ਹੋਈ ਹੈ ਤਾਂ ਹਮੇਸ਼ਾ ਕਿਸਾਨੀ ਅੰਦੋਲਨ ਤੋਂ ਹੀ ਹੋਈ ਹੈ। ਜਦੋਂ ਵੀ ਕੋਈ ਤਖਤਾ ਪਲਟ ਹੋਇਆ, ਜਦੋਂ ਵੀ ਕੋਈ ਕਾਇਆਕਲਪ ਹੋਈ ਹੈ ਤਾਂ ਕਿਸਾਨੀ ਅੰਦੋਲਨ ਤੋਂ ਹੀ ਸ਼ੁਰੂ ਹੋਇਆ, ਭਾਵੇਂ ਅਸੀਂ ਇਤਿਹਾਸ ਲੈ ਲਈਏ। ਤੇ ਜੇ ਅਸੀਂ ਗੱਲ ਕਰੀਏ ਕਿ ਕਿਸਾਨੀ ਅੰਦੋਲਨ ਨੂੰ ਤਾਂ 9 ਮਹੀਨੇ ਪੂਰੇ ਹੋ ਗਏ, ਤੇ
ਜਿਹੜੀ ਸਾਡੀ ਉੱਚ ਸੰਸਥਾ ਸਾਡੇ ਦੇਸ਼ ਦੀ ਸੁਪਰੀਮ ਸੰਸਥਾ ਸੁਪਰੀਮ ਕੋਰਟ, ਉਹਨਾਂ ਨੇ ਕੱਲ ਇੱਕ ਬਿਆਨ ਦਿੱਤਾ, ਇੱਕ ਤਿੱਖੀ ਪ੍ਰਤੀਕਿਰਿਆ ਦਿੱਤੀ, ਅਸੀਂ ਕਹਿ ਸਕਦੇ ਹਾਂ ਕਿ ਸਾਂਸਦਾਂ ਤੇ ਵਿਧਾਇਕਾਂ ਦੇ ਕੇਸਾਂ ਵਿੱਚ ਜਿਹੜੀ ਦੇਰੀ ਹੋ ਰਹੀ ਹੈ ਉਹਦੇ ਬਾਰੇ ਸੁਪਰੀਮ ਕੋਰਟ ਦੀ ਬੜੀ ਤਿੱਖੀ ਪ੍ਰਤੀਕਿਰਿਆ ਹੈ। ਕੀ ਕਹਿਣਾ ਚਾਹੋਗੇ? ਹਰਪ੍ਰੀਤ ਜੀ, ਤੁਸੀਂ ਕਿਸਾਨਾਂ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਹੈ ਭਾਰਤ ਦੀ ਨਿਆਂ ਪ੍ਰਣਾਲੀ ਦੀ ਸਰਵਉੱਚ ਸੰਸਥਾ ਜਿਹਨੂੰ ਅਸੀਂ ਸੁਪਰੀਮ ਕੋਰਟ ਕਹਿੰਦੇ ਹਾਂ, ਚੀਫ ਜਸਟਿਸ ਆਫ ਇੰਡੀਆ ਭਾਰਤ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਵੱਡੇ ਅਹੁਦੇ ਦੇ ਉਹ ਹਾਸਲ ਨੇ। ਨਿਆਂ ਇਹ ਕਿਹਾ ਜਾਂਦਾ ਕਿ ਜਸਟਿਸ ਜਿਹੜਾ ਆ ਉਹ ਸਭ ਤੋਂ ਜ਼ਰੂਰੀ ਚੀਜ਼ ਆ, ਕਿ ਭੁੱਖ ਤੋਂ ਵੀ ਜ਼ਰੂਰੀ, ਜਦੋਂ ਭੁੱਖ ਨਾਲ ਵੀ ਤੁਸੀਂ ਕੱਟ ਸਕਦੇ ਆ ਪਰ ਅਨਿਆਂ ਨਾਲ ਤੁਸੀਂ ਨਹੀਂ ਕੱਟ ਸਕਦੇ। ਭਾਰਤ ਦੇ ਵਿੱਚ MLAs MPs ਤੇ ਜਿਹੜੇ ਮੌਜੂਦਾ ਲੋਕ ਨੇ ਉਹਨਾਂ ਦੇ ਸੰਬੰਧਿਤ ਜਿਹੜੇ ਕੇਸ ਚੱਲਦੇ ਨੇ, ਉਹਦੇ ਇੱਕ ਪਟੀਸ਼ਨ ਚੱਲ ਰਹੀ ਸੀ ਤੇ ਉੱਥੇ ਚੀਫ ਜਸਟਿਸ ਜਿਹੜੇ ਨੇ ਭਾਰਤ ਦੇ ਚੀਫ ਜਸਟਿਸ ਨਹੀਂ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੂੰ ਇਹ ਗੱਲ ਕਹਿਣੀ ਪਈ ਕਿ ਅਸੀਂ ਅਕਸਰ ਇਹ ਗੱਲ ਕਹਿੰਦੇ ਆ ਕਿ ਜਿਹੜੀ ਸੰਸਥਾਵਾਂ ਆ, ਜਿਹੜੇ ਕੇਸ ਨੇ ਉਹ ਬਹੁਤ ਲਟਕਦੇ ਨੇ ਜਾਂ ਜਿਹੜਾ ਨਿਆਂ ਆ ਉਹ ਬਹੁਤ ਦੇਰ ਨਾਲ ਮਿਲਦਾ। ਇਹ ਗੱਲ ਬਿਲਕੁਲ ਠੀਕ ਹੈ। ਜਸਟਿਸ NV ਰਮਣਾ ਨੇ ਹੀ ਇਹ ਪਟੀਸ਼ਨ ਜਿਹੜੀ ਸੁਣਦੇ ਸੀ ਉੱਥੇ ਜਸਟਿਸ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਸਾਨੂੰ ਲੱਗਦਾ ਆ ਕਿ ਜਿਹੜਾ ਜਸਟਿਸ ਆ ਉਹ ਲੋਕਾਂ ਨੂੰ ਤੁਰੰਤ ਨਹੀਂ ਮਿਲਦਾ। ਇਹ ਸਾਰੀ ਜੇ ਕੇਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਜੇ ਮੈਂ ਦੋ ਤੁਹਾਨੂੰ ਗੱਲਾਂ ਦੱਸਾਂ, ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਦੇਰ ਨਾਲ ਮਿਲਿਆ ਹੋਇਆ ਨਿਆਂ ਜਿਹੜਾ ਉਹ ਅਨਿਆਂ ਵਰਗਾ ਹੁੰਦਾ। ਬਿਲਕੁਲ। ਤੇ ਭਾਰਤੀ ਕਾਨੂੰਨ ਦੇ ਵਿੱਚ ਇੱਕ ਹੋਰ ਗੱਲ ਬਹੁਤ ਸੋਹਣੇ ਤਰੀਕੇ ਨਾਲ ਲਿਖੀ ਹੋਈ ਆ। ਕਾਨੂੰਨਦਾਨ ਜਿਹੜੇ ਵਕੀਲ ਨੇ ਜਾਂ ਜੱਜ ਨੇ ਉਹ ਇਸ ਗੱਲ ਨੂੰ ਸਮਝਦੇ ਨੇ। ਉਹ ਕਹਿੰਦੇ ਨੇ ਕਿ 100 ਮੁਜਰਮ ਭਾਵੇਂ ਛੁੱਟ ਜਾਵੇ ਪਰ ਇੱਕ ਬੇਗੁਨਾਹ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਦੇਖੋ, ਇਹ ਬੜੀਆਂ ਦੋ ਮਹੱਤਵਪੂਰਨ ਗੱਲਾਂ ਨੇ। ਕਿੰਨਾ ਲਚਕੀਲਾ ਸਾਡਾ ਕਾਨੂੰਨ ਦਾ ਸਿਸਟਮ ਆ ਕਿ ਅਸੀਂ ਚਾਹੁੰਦੇ ਹੀ ਨਹੀਂ ਕਿ ਕਿਸੇ ਵੀ ਬੇਗੁਨਾਹ ਨੂੰ ਸਜ਼ਾ ਮਿਲੇ। ਉਸ ਸਕੀਮ ਦੇ ਵਿੱਚ, ਉਸ ਪ੍ਰੋਸੀਜਰ ਦੇ ਵਿੱਚ, ਉਸੇ ਪ੍ਰਕਿਰਿਆ ਦੇ ਵਿੱਚ ਸਾਨੂੰ ਜਿਹੜਾ ਆ ਜਾਂਚ ਕਰਦਿਆਂ ਬਹੁਤ ਟਾਈਮ ਲੱਗ ਜਾਂਦਾ। ਮੈਂ ਇਸ ਗੱਲ ਦਾ ਬਚਾਅ ਨਹੀਂ ਕਰਦਾ ਕਿ ਜੁਡੀਸ਼ਰੀ ਜੋ ਕਰ ਰਹੀ ਹੈ ਉਹ ਠੀਕ ਹੈ, ਜੁਡੀਸ਼ਰੀ ਨੂੰ ਅਸੀਂ ਹਮੇਸ਼ਾ ਮਾਣ ਦਿੰਦੇ ਹਾਂ। ਪਰ ਜਿਹੜੀ ਚੀਫ ਜਸਟਿਸ ਨੇ ਕੱਲ੍ਹ ਗੱਲ ਕਹੀ, ਉਹਨਾਂ ਨੇ ਸੋਲਿਸਿਟਰ ਜਨਰਲ ਨੂੰ ਇਹ ਗੱਲ ਪੁੱਛੀ ਕਿ ਤੁਸੀਂ ਦੱਸੋ ਫਿਰ ਇਹ ਕੇਸ ਜਿਹੜੇ ਨੇ ਉਹ ਲਟਕਦੇ ਕਿਉਂ ਨੇ ਜੀ। ਤੇ ਉੱਥੇ ਵਕੀਲ ਸਾਹਿਬ ਸੀ ਹੰਸਰੀਆ ਜੀ, ਉਹਨਾਂ ਨੇ ਕਿਹਾ ਜੀ ਮੈਨੂੰ ਇੱਕ ਕੇਸ ਦੇ ਵਿੱਚ ਏਜੰਸੀ ਨੇ ਦੱਸਿਆ ਕਿ 2030 ਤੱਕ ਤੁਹਾਡਾ ਜਿਹੜਾ ਕੇਸ ਆ ਉਹ ਨਿਬੜ ਜਾਵੇਗਾ। ਤੁਸੀਂ ਦੇਖੋ ਤੇ ਫਿਰ ਚੀਫ ਜਸਟਿਸ ਨੇ ਕਿਹਾ ਉਹ ਮੇਰੇ ਰੱਬਾ, ਇੱਕ ਆਮ ਬੰਦਾ ਤੇ ਇਹ ਕਹਿੰਦਾ ਕਿ ਹਾਏ ਰੱਬਾ ਮੈਂ ਕੀ ਕਰਾਂ। ਪਰ ਜਿਹਨੂੰ ਅਸੀਂ ਭਾਰਤ ਦਾ ਸਭ ਤੋਂ ਵੱਡਾ ਨਿਆਂ ਪਦ ਮੰਨਦੇ ਹਾਂ, ਸਭ ਤੋਂ ਵੱਡਾ ਜੱਜ ਆ, ਉਹ ਵੀ ਬੇਵੱਸ਼ ਆ, ਉਹ ਵੀ ਲਾਚਾਰ ਆ ਇਸ ਸਿਸਟਮ ਦੇ ਸਾਹਮਣੇ। ਇਸ ਤੋਂ ਵੀ ਪਹਿਲਾਂ ਇੱਕ ਵਾਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਸਾਹਮਣੇ ਚੀਫ ਜਸਟਿਸ ਆਫ ਇੰਡੀਆ ਤੇ ਨਾਲ ਹੀ ਹਾਈ ਕੋਰਟ ਦੇ ਜਸਟਿਸਿਸ ਦੀ ਮੀਟਿੰਗ ਹੋ ਰਹੀ ਸੀ। ਉਹਦਾ ਜ਼ਿਕਰ ਅਸੀਂ ਪਹਿਲਾਂ ਵੀ ਕਈ ਵਾਰ ਕਰਦੇ ਹਾਂ, ਸਾਰਿਆਂ ਨੇ ਪੜ੍ਹਿਆ ਲਿਖਿਆ ਹੋਣਾ, ਸੁਣਿਆ ਹੋਣਾ। ਉਦੋਂ ਇਹਨਾਂ ਨੇ ਸਲਾਹ ਦੇ ਦਿੱਤੀ ਜਸਟਿਸ ਨੂੰ ਕਿ ਤੁਸੀਂ ਛੁੱਟੀਆਂ ਘੱਟ ਕਰੋ ਤਾਂ ਜੋ ਅਦਾਲਤੀ ਪ੍ਰਕਿਰਿਆਵਾਂ ਦੇ ਵਿੱਚ ਜਿਹੜੇ ਕੇਸ ਆ ਉਹ ਲੰਬਿਤ ਨਾ ਹੋਣ। ਫਿਰ ਉਸ ਚੀਫ ਜਸਟਿਸ ਸਾਹਿਬ ਨੇ ਭਰੀਆਂ ਹੋਈਆਂ ਅੱਖਾਂ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਮੈਨੂੰ ਛੁੱਟੀਆਂ ਨਾ ਕਰਨ ਦੀ ਸਲਾਹ ਤਾਂ ਦੇ ਦਿੱਤੀ ਆ, ਜਿਹੜੀ ਮੈਂ ਤੁਹਾਡੇ ਕੋਲ ਜੱਜ ਰਿਕਰੂਟ ਕਰਨ ਦੀ ਫਾਈਲ ਭੇਜੀ ਹੋਈ ਆ ਉੱਤੇ ਤੁਸੀਂ ਪਿਛਲੇ ਸਾਲ ਤੋਂ ਕੋਈ ਕੰਮ ਨਹੀਂ ਕੀਤਾ। ਜਿਸ ਸਪੀਡ ਦੇ ਨਾਲ, ਜਿਸ ਤੇਜ਼ੀ ਦੇ ਨਾਲ ਭਾਰਤ ਦੀ ਆਬਾਦੀ ਵਧੀ ਆ, ਉਸ ਤੇਜ਼ੀ ਦੇ ਨਾਲ ਅਦਾਲਤਾਂ, ਨਵਿਆਂ ਜੱਜਾਂ ਦੀ ਚੋਣ, ਨਵੀਆਂ ਬਿਲਡਿੰਗਾਂ ਦਾ ਬਣਨਾ ਤੇ ਹੋਰ ਸਾਰੀਆਂ ਜਿਹੜਾ ਇਨਫਰਾਸਟਰਕਚਰ ਡਿਵੈਲਪਮੈਂਟ ਸੀ ਉਹ ਨਹੀਂ ਹੋ ਪਾਇਆ। ਫਿਰ ਉਹਨਾਂ ਨੇ ਅਗਲੀ ਗੱਲ ਕੀਤੀ ਕਿ ਸਾਰੇ ਹੀ ਕਹਿੰਦੇ ਨੇ ਕਿ ਐਨਫੋਰਸਮੈਂਟ ਡਾਇਰੈਕਟੋਰੇਟ CBI ਹਰ ਕੇਸ ਦੀ ਜਾਂਚ CBI ਤੋਂ ਹੋਵੇ। ਪਰ ਉਹਨਾਂ ਨੇ ਕਿਹਾ ਕਿ ਸੋਲਿਸਿਟਰ ਜਨਰਲ ਨੂੰ ਹੀ ਕਿਹਾ ਕਿ ਜਾਓ CBI ਦੇ ਡਾਇਰੈਕਟਰ ਨਾਲ ਗੱਲ ਕਰੋ, ED ਦੇ ਡਾਇਰੈਕਟਰ ਨਾਲ ਗੱਲ ਕਰੋ, ਉਹਨਾਂ ਨੂੰ ਪੁੱਛੋ ਕਿ ਤੁਹਾਡੇ ਕੋਲ ਕਿੰਨੀਆਂ ਪੋਸਟਾਂ ਨੇ ਤੇ ਕਿੰਨੇ ਤੁਹਾਡੇ ਕੋਲ ਬੰਦੇ ਮੌਜੂਦਾ ਦੌਰ 'ਚ ਕੰਮ ਕਰ ਰਹੇ ਨੇ। ਸੋ ਇਹ ਕੁਝ ਅਜਿਹੀਆਂ ਗੱਲਾਂ ਨੇ ਜਿਹੜੀਆਂ ਬਹੁਤ ਧਿਆਨ ਮੰਗਦੀਆਂ ਨੇ। ਇਲੈਕਸ਼ਨ ਰਿਫਾਰਮਸ ਦੀ ਗੱਲ ਕਰ ਲਓ ਜਾਂ ਜੁਡੀਸ਼ੀਅਲ ਰਿਫਾਰਮਸ ਦੀ ਗੱਲ ਕਰ ਲਓ, ਹਰਪ੍ਰੀਤ ਜੀ ਤੁਸੀਂ ਭਾਵੇਂ 2 ਘੰਟੇ ਬਹਿਸ ਕਰ ਲਓ, ਭਾਵੇਂ 3 ਘੰਟੇ ਬਹਿਸ ਕਰ ਲਓ, ਚਰਚਾ ਕਰ ਲਓ, ਇੰਨੇ ਪੁਆਇੰਟ ਨੇ ਜਿਹੜੇ ਸਰਕਾਰਾਂ ਨੂੰ ਨਜ਼ਰ ਹੀ ਨਹੀਂ ਆਉਂਦੇ। ਇਹਨਾਂ ਨੂੰ ਨਜ਼ਰ ਆਉਂਦੀਆਂ ਨੇ ਸਿਰਫ ਵੋਟਾਂ ਤੇ ਸਿਰਫ ਔਰ ਸਿਰਫ ਕਾਰਪੋਰੇਟਸ ਦਾ ਸਾਥ ਤੇ ਕਿੱਥੋਂ ਪੈਸੇ ਮਿਲਣੇ ਨੇ ਤੇ ਕਿੱਥੋਂ ਲੈ ਕੇ ਆਉਣੇ ਨੇ ਤੇ ਕਿਵੇਂ ਵੋਟਾਂ ਬਣਾਉਣੀਆਂ ਨੇ ਤੇ ਕਿਵੇਂ ਜਿਹੜੀਆਂ ਇਲੈਕਸ਼ਨ ਉਹ ਜਿੱਤਣੀਆਂ ਨੇ। ਜਦੋਂ ਇੱਕ ਬੰਦੇ ਨੂੰ ਲੋੜ ਤੋਂ ਵੱਧ ਸਮਾਂ ਜੇਲ੍ਹ 'ਚ ਰਹਿਣਾ ਪੈਂਦਾ ਆ, ਫਿਰ ਜਦੋਂ ਉਹ ਬਾਹਰ ਆਉਂਦਾ ਤੇ ਉਹ ਜਿਹੜੇ ਉਹਦੇ ਸਮਾਂ ਜਿਹੜਾ ਖਰਾਬ ਹੁੰਦਾ, ਜਿਹੜੀ ਉਹਦੀ ਜ਼ਿੰਦਗੀ 'ਚੋਂ ਦਿਨ ਮਾਈਨਸ ਹੁੰਦੇ ਨੇ, ਉਹ ਕਦੇ ਵਾਪਸ ਨਹੀਂ ਆਉਂਦੇ। ਸੋ ਜਿਹੜਾ ਦੇਰ ਨਾਲ ਮਿਲਿਆ ਹੋਇਆ ਨਿਆਂ ਆ ਉਹ ਅਨਿਆਂ ਵਰਗਾ ਹੁੰਦਾ। ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਆ। ਸਰਕਾਰਾਂ ਨੂੰ ਇਹ ਕੰਮ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਕਰਨਾ ਚਾਹੀਦਾ। ਬਿਲਕੁਲ, ਲੋਕ ਵੀ ਉਮੀਦ ਕਰਦੇ ਆ ਕਿ ਉਹਨਾਂ ਨੂੰ ਹਰ ਵੇਲੇ ਤਾਰੀਖ ਪੇ ਤਾਰੀਖ ਨਾ ਮਿਲੇ ਬਲਕਿ ਉਹਨਾਂ ਨੂੰ ਜਲਦੀ ਨਿਆਂ ਮਿਲ ਜਾਏ। ਤੇ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਤੋਂ ਬਾਅਦ ਸਵਾਗਤ ਹੈ। ਅੰਮ੍ਰਿਤ ਜੀ, ਅਸੀਂ ਪਹਿਲਾਂ ਤਾਂ ਗੱਲ ਕਰ ਰਹੇ ਸੀ ਨਿਆਂਪਾਲਿਕਾ ਦੀ, ਤੇ ਕਿਉਂਕਿ ਉਹ ਵੀ ਇੱਕ ਸੁਪਰੀਮ ਸੰਸਥਾ ਤੇ ਸਾਡੇ ਪ੍ਰਧਾਨ ਮੰਤਰੀ ਤਾਂ ਹੈ ਹੀ ਸੁਪਰੀਮ ਨੇ। 15 ਅਗਸਤ ਨੂੰ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਦੇਸ਼ ਦੇ ਉੱਪਰ 100 ਲੱਖ ਕਰੋੜ ਰੁਪਈਆ ਖਰਚ ਕੀਤਾ ਜਾਏਗਾ ਦੇਸ਼ ਦੀ ਬੈਟਰਮੈਂਟ ਵਾਸਤੇ, ਇੱਥੇ ਜਿਹੜੇ ਪਲਾਨਸ ਆ ਉਹਨਾਂ ਲਈ। ਤੇ ਬੀਤੇ ਦਿਨੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਹ ਗੱਲ ਕਹੀ ਕਿ 6 ਲੱਖ ਕਰੋੜ ਰੁਪਈਆ ਜਿਹੜਾ ਉਹ ਕੋਈ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ, ਉਹਦੇ ਥਰੂ ਦੇਸ਼ ਲਈ ਇਕੱਠਾ ਕੀਤਾ ਜਾਏਗਾ। ਹੁਣ ਉਹ ਖਰਚਣ ਦੀ ਗੱਲ ਕਰ ਰਹੇ ਨੇ ਤੇ ਉਹ ਇਕੱਠਾ ਕਰਨ ਦੀ ਗੱਲ ਕਰ ਰਹੇ ਨੇ, ਤੇ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਪ੍ਰਧਾਨ ਮੰਤਰੀ ਸਾਹਿਬ ਬਿਲਕੁਲ ਸੁਪਰੀਮ ਨੇ, ਚੁਣੇ ਹੋਏ ਇਲੈਕਟੋਰਲ ਬੋਡੀ ਦੇ ਚੀਫ ਨੇ, ਭਾਰਤ ਨੂੰ ਚਲਾ ਰਹੀ ਉਹ ਸੰਸਥਾ ਜਿਹੜੀ ਬੀਜੇਪੀ ਦੀ ਪਾਰਟੀ ਆ, ਕੈਬਨਿਟ ਦੇ ਮੁਖੀ ਨੇ ਜੀ। ਉਹਨਾਂ ਨੇ 15 ਅਗਸਤ ਨੂੰ ਜਿਹੜਾ ਭਾਸ਼ਣ ਦਿੱਤਾ, ਬਿਲਕੁਲ ਉਹਨਾਂ ਨੇ 100-125 ਲੱਖ ਕਰੋੜ ਦੀ ਗੱਲ ਕੀਤੀ ਸੀ, ਤੇ ਇਹ ਗੱਲ ਉਹਨਾਂ ਨੇ ਬੀਤੇ ਦੇ ਵਿੱਚ 1-2 ਵਾਰ ਪਹਿਲਾਂ ਵੀ ਕੀਤੀ ਹੈ ਜੀ। ਪੈਸਿਆਂ ਦੀ ਜਿਹੜੀ ਗੱਲ ਆ ਉਹ ਕੈਲਕੂਲੇਟਰ ਦੇ ਉੱਤੇ ਜ਼ੀਰੋ ਨਹੀਂ ਹੁੰਦੀਆਂ, ਫਿਰ ਲੱਖ ਨੂੰ ਅੱਗੇ ਕਰੋੜ ਦੱਸਣਾ ਪੈਂਦਾ ਜੀ। 1000, 10,000, ਲੱਖ, ਕਰੋੜ, ਕਰੋੜ ਨੂੰ ਫਿਰ ਲੱਖ ਚ ਕਿ 1 ਲੱਖ ਕਰੋੜ, 100 ਲੱਖ ਕਰੋੜ। ਉਹਨਾਂ ਨੇ ਗੱਲ ਕੀਤੀ ਕਿ ਅਸੀਂ ਮੁਲਕ ਦੇ ਉੱਤੇ ਜਿਹੜੇ ਬਹੁਤ ਸਾਰੇ ਪੈਸੇ, ਬਹੁਤ ਸਾਰੀਆਂ ਪ੍ਰੋਜੈਕਟ ਆ, ਬਹੁਤ ਸਾਰੀਆਂ, ਪਰ ਇਹ ਜਿਹੜੀਆਂ ਗੱਲਾਂ ਨੇ ਇਹ ਫਿਰ ਉਹਨਾਂ ਨੂੰ ਤੁਸੀਂ ਰਾਜਨੀਤੀ ਦੇ ਵਿੱਚ ਜਿਹੜੀਆਂ ਅਸੀਂ ਹੁਣੇ ਗੱਲ ਕਰਦੇ ਸੀ ਕਿ ਇਹ ਜਿਹੜੇ ਨੇ ਇਹ ਜੁਮਲੇਬਾਜ਼ੀ ਦੀਆਂ ਗੱਲਾਂ ਜੀ। ਜੇ ਇੱਕ ਨਵੀਂ ਜਿਹੜੀ ਤੁਸੀਂ ਕੱਲ੍ਹ ਬੀਤੇ ਦਿਨਾਂ ਦੇ ਵਿੱਚ ਨਿਰਮਲਾ ਸੀਤਾਰਮਨ ਜਿਹੜੇ ਨੇ ਫਾਈਨਾਂਸ ਮਿਨਿਸਟਰ ਨੇ, ਪਹਿਲੇ ਲੇਡੀ ਫਾਈਨਾਂਸ ਮਿਨਿਸਟਰ ਨੇ ਭਾਰਤ ਦੇ, ਪਹਿਲੇ ਹੀ ਲੇਡੀ ਡਿਫੈਂਸ ਮਿਨਿਸਟਰ ਵੀ ਬਣੇ, ਉਹ ਸੁਖੋਈ ਵੀ ਉਹਨਾਂ ਨੇ ਇੱਕ ਵਾਰ ਉਡਾਇਆ ਸੀ, ਤੇ ਉਹਨਾਂ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਬੀਤੇ ਦਿਨਾਂ 'ਚ, ਕੱਲ੍ਹ ਨਹੀਂ, ਜਿਹਦੇ 'ਚ ਉਹਨਾਂ ਨੇ ਇੱਕ ਨਵੀਂ ਹੀ ਯੋਜਨਾ ਸ਼ੁਰੂ ਕੀਤੀ, ਮੋਨੇਟਾਈਜੇਸ਼ਨ ਪਾਈਪਲਾਈਨ ਪ੍ਰੋਜੈਕਟ ਉਹਦਾ ਨਾਮ ਰੱਖਿਆ। ਮੈਂ ਉਹਦੀ ਲੱਭਦਾ ਰਿਹਾ ਹਿੰਦੀ ਪੰਜਾਬੀ, ਪਰ ਉਹ ਲੱਭਾ ਨਹੀਂ ਕਿ ਪੰਜਾਬੀ 'ਚ ਜਾਂ ਹਿੰਦੀ 'ਚ ਉਹਨੂੰ ਕੀ ਕਿਹਾ ਜਾਵੇ। ਇੱਕ ਵੱਖਰੀ ਤਰ੍ਹਾਂ ਦੀ ਉਹਨਾਂ ਨੇ ਉਹ ਇੱਕ ਗੱਲ ਜਿਹੜੀ ਆ ਉਹ ਸਾਹਮਣੇ ਰੱਖੀ। ਨਾਲ ਉਹਨਾਂ ਦੇ ਜਿਹੜੇ ਨੀਤੀ ਆਯੋਗ ਨੇ ਉਹਦੇ ਡਾਇਰੈਕਟਰ ਜਿਹੜੇ ਨੇ, ਚੇਅਰਮੈਨ ਨੇ ਕਾਂਤ ਸਾਹਿਬ, ਉਹ ਵੀ ਬੈਠੇ ਸੀ ਜੀ, ਅਮਿਤਾਭ ਕਾਂਤ। ਜੋ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ, ਹਾਲਾਂਕਿ ਜੋ ਉਹ ਕਹਿ ਰਹੇ ਸੀ ਉਹਦੇ ਤੋਂ ਬਿਲਕੁਲ ਵਿਪਰੀਤ ਉਹ ਲੱਗ ਰਹੀਆਂ ਸੀ ਜੀ। ਉਹਨਾਂ ਨੇ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਭਾਰਤ ਦੀਆਂ ਜਿਹੜੀਆਂ ਨੇ ਜੀ, ਜਿਹੜੀਆਂ ਨੈਸ਼ਨਲ ਐਸੈਟਸ ਨੇ, ਉਹਨਾਂ ਨੂੰ ਕਿਰਾਏ 'ਤੇ ਦੇਣ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੀਆਂ ਅਨਯੂਜ਼ਡ ਐਸੈਟਸ ਨੇ ਅਸੀਂ ਉਹਨਾਂ ਨੂੰ ਯੂਜ਼ਫੁਲ ਕਰਾਂਗੇ, ਉਹਨਾਂ ਨੂੰ ਫੁੱਲੀ ਯੂਟੀਲਾਈਜ਼ ਕਰਾਂਗੇ। ਪਰ ਫੁੱਲੀ ਯੂਟੀਲਾਈਜ਼ ਕਰਾਂਗੇ ਕਿਵੇਂ? ਪ੍ਰਾਈਵੇਟ ਸੈਕਟਰ ਨੂੰ ਦੇ ਕੇ, ਕਿਰਾਏ 'ਤੇ ਦੇ ਕੇ। ਉਹ ਕਿਹੜੀਆਂ ਚੀਜ਼ਾਂ ਨੇ? ਬਹੁਤ ਲੰਬੀ ਚੌੜੀ ਲਿਸਟ ਆ, ਬਹੁਤ ਸਾਰੇ PSUs ਨੇ, ਬਹੁਤ ਸਾਰੀਆਂ ਪ੍ਰੋਪਰਟੀਜ਼ ਨੇ ਜਿਹੜੀਆਂ ਉਹਨਾਂ ਨੇ ਰੈਂਟ ਆਊਟ ਕਰਨ ਦੀ ਗੱਲ ਕੀਤੀ ਹੈ ਜੀ। ਨਾਲ ਦੀ ਨਾਲ ਉਹ ਫਿਰ ਇੱਕ ਕੰਮ ਹੋਰ ਕਰਨਾ ਨਹੀਂ ਭੁੱਲਦੇ, ਕਾਂਗਰਸ ਦੀ ਨਿੰਦਾ ਕਰਨੀ ਨਹੀਂ ਭੁੱਲਦੇ। ਉਹ ਕਹਿੰਦੇ ਕਿ ਇਹ ਲੋਕ ਸਾਰੇ ਵੇਚਦੇ ਸੀ, ਅਸੀਂ ਸਿਰਫ ਇਹਨਾਂ ਨੂੰ ਕਿਰਾਏ 'ਤੇ ਦੇ ਰਹੇ ਹਾਂ ਜੀ। ਗੱਲ ਉਹਨਾਂ ਨੇ ਕੀਤੀ ਕਿ 4 ਸਾਲ ਬਾਅਦ ਇਹ ਜਿਹੜੀਆਂ ਚੀਜ਼ਾਂ ਨੇ ਉਹ ਦੁਬਾਰਾ ਅੰਡਰਟੇਕ ਕੀਤੀਆਂ ਜਾ ਸਕਣਗੀਆਂ, ਜਦੋਂ ਮਰਜ਼ੀ ਸਰਕਾਰ ਉਹਨਾਂ ਨੂੰ ਦੁਬਾਰਾ ਅੰਡਰਟੇਕ ਕਰ ਲੇਗੀ। ਦੇਖੋ, ਪਹਿਲਾਂ ਤੁਸੀਂ ਰੈਂਟ ਆਊਟ ਕਰ ਕਿਉਂ ਰਹੇ ਆ? ਜੇ ਅਸੀਂ PSUs ਦੀ ਗੱਲ ਕਰੀਏ, ਪਬਲਿਕ ਸੈਕਟਰ ਜਿਹੜੀਆਂ ਯੂਟਿਲਿਟੀਜ਼ ਨੇ, ਜਿਹੜੀਆਂ ਸਰਵਿਸਿਜ਼ ਨੇ, ਅਦਾਰੇ ਨੇ ਜਿਹੜੇ, ਉਹਨਾਂ ਦੀ ਜੇ ਗੱਲ ਕਰੀਏ ਤਾਂ ਇੱਕ ਸਮਾਂ ਸੀਗਾ ਹਰਪ੍ਰੀਤ ਜੀ, ਜਦੋਂ ਮਨਮੋਹਨ ਸਿੰਘ ਸਰਕਾਰ ਜਾਂਦੀ ਆ, ਉਦੋਂ 16 ਲੱਖ ਤੋਂ ਜ਼ਿਆਦਾ ਸਰਕਾਰੀ ਕਰਮਚਾਰੀ ਇਹਨਾਂ ਅਦਾਰਿਆਂ 'ਚ ਕੰਮ ਕਰਦੇ ਸੀ ਜੀ। ਹੁਣ ਤੁਸੀਂ ਦੱਸੋਗੇ ਕਿ ਗੱਲ ਤੇ ਕੋਈ ਹੋਰ ਸੀ ਚੱਲ ਗਈ। 16 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਅਦਾਰਿਆਂ 'ਚ ਕੰਮ ਕਰਦੇ ਸੀ, ਤੇ ਅੱਜ ਉਹਨਾਂ ਅਦਾਰਿਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਆ ਉਹ 9 ਲੱਖ ਦੇ ਨੇੜੇ ਤੇੜੇ ਰਹਿ ਗਈ। ਬਿਲਕੁਲ। ਇਸ ਸਰਕਾਰ ਨੇ 7 ਸਾਲ ਦੇ ਅੰਦਰ 7 ਲੱਖ ਨੌਕਰੀਆਂ ਜਿਹੜੀਆਂ ਸੀ ਉਹਨਾਂ ਦੇ ਉੱਤੇ ਕਾਂਟਾ ਮਾਰ ਦਿੱਤਾ ਜੀ। ਇੱਕ ਖਾਸ ਤਰੀਕੇ ਦੇ ਨਾਲ ਪ੍ਰਾਈਵੇਟਾਈਜੇਸ਼ਨ ਨੂੰ ਵਧਾਵਾ ਦਿੱਤਾ ਜਾ ਰਿਹਾ, ਪ੍ਰਾਈਵੇਟਾਈਜੇਸ਼ਨ ਨੂੰ ਤੁਸੀਂ ਵਧਾਈ ਜਾ ਰਹੇ ਆ, ਪਰ ਉਹ ਲੋਕ, ਹੁਣ ਤੁਸੀਂ ਸੋਚੋ, ਕੋਵਿਡ ਦਾ ਬਹਾਨਾ ਲਾ ਕੇ ਤਾਂ ਅਸੀਂ ਵੱਖਰੀ ਗੱਲ ਕਰਦੇ ਸੀ ਕਿ 12 ਕਰੋੜ ਲੋਕਾਂ ਦੀਆਂ ਨੌਕਰੀਆਂ ਗਈਆਂ ਜੀ, ਪਰ ਇਸ ਮੋਨੇਟਾਈਜੇਸ਼ਨ ਦੇ ਨਾਮ ਦੇ ਉੱਤੇ, ਮੋਨੇਟਾਈਜੇਸ਼ਨ ਤੇ ਹਾਲੇ ਸ਼ੁਰੂ ਕਰਨ ਲੱਗਿਆ ਹੈ, ਇਸ ਤੋਂ ਪਹਿਲਾਂ ਹੀ 7 ਲੱਖ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਜਿਹੜੀਆਂ ਆ ਇਹ ਸਰਕਾਰ ਜਿਹੜੀ ਆ ਲੋਕਾਂ ਦੀਆਂ ਖਾ ਚੁੱਕੀ ਹੈ ਜੀ। ਆਂਕੜਿਆਂ ਦੇ ਉੱਤੇ ਬੈਨ ਪਹਿਲਾਂ ਲੱਗ ਚੁੱਕਾ ਕਿ ਬਹੁਤ ਸਾਰੇ ਆਂਕੜੇ ਜਿਹੜੇ ਆ ਹੁਣ ਜਾਰੀ ਨਹੀਂ ਕੀਤੇ ਜਾਂਦੇ ਜੀ। ਮੋਨੇਟਾਈਜੇਸ਼ਨ ਕਰਨੀ ਆ ਐਸੈਟਸ ਦੀ, ਤੇ ਇਸ ਤੋਂ ਪਹਿਲਾਂ ਬੀਤੇ ਸਮੇਂ ਦੇ ਵਿੱਚ, ਕੁਝ ਸਮੇਂ ਦੇ ਵਿੱਚ ਹੀ ਨਿਤਿਨ ਗਡਕਰੀ ਜਿਹੜੇ ਸਰਕਾਰ ਦੇ ਬਹੁਤ ਚੰਗੇ ਮਿਨਿਸਟਰ ਮੰਨੇ ਜਾਂਦੇ ਆ, ਪਰਫਾਰਮਰ ਮੰਨੇ ਜਾਂਦੇ ਆ, ਉਹਨਾਂ ਨੇ ਕਿਹਾ ਸੀਗਾ ਕਿ ਮੇਰਾ ਟੀਚਾ ਆ ਕਿ ਅਸੀਂ 100 ਕਿਲੋਮੀਟਰ ਸੜਕ ਰੋਜ਼ ਬਣਾਉਣ ਦੀ ਜਿਹੜੀ ਸਮਰੱਥਾ ਆ ਉਹ ਹਾਸਲ ਕਰ ਲਈਏ, ਤੇ ਅਸੀਂ ਸਰਕਾਰ ਦੇ ਵਿੱਚ ਜਿਹੜਾ ਸੜਕਾਂ ਦਾ ਜਾਲ ਆ ਉਹ ਵਿਛਾ ਲਈਏ। ਹੁਣ ਦੇਖੋ, ਸੜਕਾਂ ਬਣਾਉਣੀਆਂ ਤੇ ਇਹਨੇ ਮਿਨਿਸਟਰੀ ਨੇ ਜੀ, ਸਰਕਾਰ ਨੇ, ਜਾਂ ਫਿਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ। ਉਸ ਹਾਈਵੇ ਅਥਾਰਟੀ ਆਫ ਇੰਡੀਆ ਦੇ ਸਿਰ ਦੇ ਉੱਤੇ ਵੀ 20 ਤੋਂ 30 ਹਜ਼ਾਰ ਕਰੋੜ ਦਾ ਕਰਜ਼ ਆ, ਤੇ 26,500 ਕਿਲੋਮੀਟਰ, ਲਗਭਗ 26,500 ਕਿਲੋਮੀਟਰ ਸੜਕਾਂ ਇਸ ਮੋਨੇਟਾਈਜੇਸ਼ਨ ਯੋਜਨਾ ਦੇ ਅਧੀਨ
ਰੈਂਟ ਆਊਟ ਕਰ ਦੇਣੀਆਂ ਕਿ ਪ੍ਰਾਈਵੇਟ ਕੰਪਨੀ ਨੂੰ ਕਿਸੇ ਨੂੰ ਠੇਕੇ ਤੇ ਦੇ ਦੇਣੀਆਂ ਕਿ ਤੁਸੀਂ ਇਹਨਾਂ ਸੜਕਾਂ ਨੂੰ 4 ਸਾਲ ਲਈ ਰੱਖ ਰਖਾਵ ਕਰੋ। ਉਹਦੇ ਤੋਂ ਪੈਸੇ ਕਿੰਨੇ ਮਿਲਣੇ ਆ 20,000 ਕਰੋੜ ਜਾਂ 30,000 ਕਰੋੜ ਜਾਂ 40,000 ਕਰੋੜ, ਉਹ ਸਾਰਾ ਕੁਝ ਜਿਹੜਾ ਆ ਉਹ ਉਹਨਾਂ ਦੀ ਪਾਲਿਸੀ ਦੇ ਵਿੱਚ ਸ਼ਾਮਲ ਹੈ। 40,000 ਕਰੋੜ ਰੁਪਈਆ ਸਰਕਾਰ ਨੇ ਲੈ ਲੈਣਾ, ਸੜਕਾਂ ਦੇ ਦੇਣੀਆਂ ਠੇਕੇ ਤੇ ਸੜਕਾਂ ਤੇ ਫਿਰ ਕੀ ਲੱਗਣਾ? ਟੋਲ ਟੈਕਸ। ਇਹ ਇੱਕ ਅਜਿਹਾ ਗੁਨਾਹ ਹਿੰਦੁਸਤਾਨੀ ਕਰਦੇ ਨੇ ਜਦੋਂ ਉਹ ਕੋਈ ਕਾਰ ਖਰੀਦਦੇ ਨੇ ਤੇ ਟੈਕਸ ਦਿੰਦੇ ਨੇ, ਬਿਲਕੁਲ, ਜਿਹਨੂੰ ਰੋਡ ਟੈਕਸ ਕਹਿੰਦੇ ਆ ਜੀ। ਜਦੋਂ ਤੇਲ ਪਵਾਉਂਦੇ ਨੇ ਫਿਰ ਟੈਕਸ ਦਿੰਦੇ ਨੇ ਜੀ। ਹਾਲਾਂਕਿ ਜਦੋਂ ਅਸੀਂ ਜੀਐਸਟੀ ਲੱਗੇ ਸੀ ਤੇ ਕਿਹਾ ਗਿਆ ਸੀ ਕਿ ਇੱਕ ਦੇਸ਼ ਇੱਕ ਟੈਕਸ ਦਾ ਨਾਰਾ ਦਿੱਤਾ ਗਿਆ ਸੀ, ਜਦ ਕਿ ਅਸੀਂ ਤੇ ਕਦਮ ਕਦਮ ਤੇ ਟੈਕਸ ਦਿੰਦੇ ਹਾਂ। ਬਿਲਕੁਲ, ਦੇਖੋ ਤੁਸੀਂ ਮਜ਼ੇ ਦੀ ਗੱਲ ਦੇਖੋ ਨਾ ਜੀ, ਅਸੀਂ ਸੜਕ ਤੇ ਜਾਣ ਲਈ ਕਾਰ ਖਰੀਦਦੇ ਹਾਂ, ਟੈਕਸ ਦੇ ਦਿੰਦੇ ਹਾਂ ਰੋਡ ਟੈਕਸ। ਉਸ ਟੈਕਸ ਦਾ ਨਾਮ ਹੀ ਪ੍ਰੋਪਰ ਰੋਡ ਟੈਕਸ ਹੈ। ਰਜਿਸਟ੍ਰੇਸ਼ਨ ਸਰਟੀਫਿਕੇਟ ਜਦੋਂ ਅਸੀਂ ਕਾਰ ਦੀ ਆਰਸੀ ਬਣਾਉਂਦੇ ਹਾਂ ਤੇ ਸਾਨੂੰ ਰੋਡ ਟੈਕਸ ਦੇਣਾ ਪੈਂਦਾ। ਬਿਲਕੁਲ। ਉਸ ਤੋਂ ਬਾਅਦ ਫਿਰ ਜਦੋਂ ਅਸੀਂ ਤੇਲ ਪਵਾਉਣ ਲਈ ਪੈਟਰੋਲ ਪੰਪ ਤੇ ਜਾਂਦੇ ਹਾਂ ਤੇ ਫਿਰ ਅਸੀਂ ਹਰ ਲੀਟਰ ਤੇਲ ਦੇ ਉੱਤੇ ਕੋਈ 12-15 ਰੁਪਏ ਟੈਕਸ ਸਰਕਾਰ ਨੂੰ ਦਿੰਦੇ ਹਾਂ। ਜੀ ਬਿਲਕੁਲ। ਉਸ ਤੋਂ ਬਾਅਦ ਜਦੋਂ ਅਸੀਂ ਉਸੇ ਕਾਰ ਦੇ ਵਿੱਚ ਤੇਲ ਪਵਾ ਕੇ ਸੜਕ ਤੇ ਜਾਂਦੇ ਹਾਂ ਤੇ ਫਿਰ ਅਸੀਂ ਟੈਕਸ ਦਿੰਦੇ ਹਾਂ, ਕਿਉਂਕਿ ਉਹ ਸੜਕ ਜਿਹੜੀ ਆ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕੇ ਤੇ ਮਿਲੀ ਹੋਈ ਆ ਤੇ ਉੱਥੇ ਲੱਗਾ ਹੋਇਆ ਬਹੁਤ ਸੋਹਣਾ ਜਿਹਾ ਸ਼ੀਸ਼ਿਆਂ ਵਾਲਾ ਟੋਲ ਬੂਥ। ਬਿਲਕੁਲ। ਫਿਰ ਇਹ ਸਰਕਾਰ ਕਹਿੰਦੀ ਆ ਕਿ ਅਸੀਂ ਪ੍ਰਾਈਵੇਟਾਈਜੇਸ਼ਨ ਨਹੀਂ ਕਰ ਰਹੇ, ਅਸੀਂ ਤਾਂ ਮੋਨੇਟਾਈਜੇਸ਼ਨ ਕਰ ਰਹੇ ਹਾਂ। ਤੁਸੀਂ ਸੜਕ ਬਣਾ ਲਈ, ਤੁਸੀਂ ਉਹਦਾ ਰੱਖ ਰਖਾਵ ਆਪ ਕਰੋ, ਪੈਸੇ ਤੁਸੀਂ ਲਈ ਤਾਂ ਜਾਂਦੇ ਆ ਕਿੰਨੀ ਕੁ ਵਾਰ। ਸਰਕਾਰ ਕਾਨੂੰਨ ਦੇ ਵਿੱਚ ਇਹ ਗੱਲ ਕਹਿੰਦੀ ਆ ਕਿ ਬੰਦੇ ਨੂੰ ਇੱਕ ਗੁਨਾਹ ਦੀਆਂ 2 ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ, ਪਰ ਇੱਥੇ ਸੜਕ ਦੇ ਉੱਤੇ ਕਾਰ ਚਲਾਉਣ ਦੀਆਂ ਸਜ਼ਾ 3 ਵਾਰ ਮਿਲਦੀ ਆ। ਮੈਨੂੰ ਲੱਗਦਾ ਸੀ ਉਹ ਪੁਰਾਣੇ ਸਮਿਆਂ 'ਚ ਪਹੁੰਚ ਗਏ ਜਦੋਂ ਰਾਜੇ ਮਹਾਰਾਜੇ ਜਦੋਂ ਟੈਕਸ ਵਸੂਲਦੇ ਹੁੰਦੇ ਸੀ, ਵਸੂਲੀ ਕਰਦੇ ਹੁੰਦੇ ਸੀ। ਥੋੜਾ ਵਸੂਲਦੇ ਸੀ, ਉਹ ਥੋੜਾ ਟੈਕਸ ਵਸੂਲਦੇ ਸੀ। ਪਿਛਲੇ ਸਾਲਾਂ ਦੇ ਦੌਰਾਨ ਸਰਕਾਰ ਦਾ ਜਿਹੜਾ ਮਾਲੀਆ ਇਕੱਠਾ ਕਰਨ ਦੀ ਜਿਹੜੀ ਗਿਣਤੀ ਹੈ, ਜੇ ਤੁਸੀਂ ਉਹਦੀ ਆਰਟੀਆਈ ਜਾਂ ਤੁਸੀਂ ਉਹਨੂੰ ਗੂਗਲ ਤੇ ਸਰਚ ਕਰੋ, 20-22 ਲੱਖ ਕਰੋੜ ਰੁਪਈਆ ਇਹਨਾਂ ਨੇ ਸਿਰਫ ਪੈਟਰੋਲੀਅਮ ਟੈਕਸਾਂ ਤੋਂ ਹੀ ਇਕੱਠਾ ਕਰ ਲਿਆ। ਉਹ ਪੈਸੇ ਜਾਣੇ ਕਿੱਥੇ ਆ ਜਾਂ ਭੇਜਣੇ ਕਿੱਥੇ ਆ ਉਹਦੇ ਬਾਰੇ ਕੋਈ ਨਹੀਂ ਦੱਸਦੇ। ਬਿਲਕੁਲ ਇਹੀ ਗੱਲ ਕਹੀ ਜਾਂਦੇ ਆ ਕਿ 70 ਸਾਲ 'ਚ ਨਹਿਰੂ ਸਾਹਿਬ ਨੇ ਕੁਝ ਨਹੀਂ ਕੀਤਾ, 70 ਸਾਲ में उन्होंने कुछ नहीं किया। ਉਹ ਜੋ ਤੁਸੀਂ 7 ਸਾਲ 'ਚ ਕੀਤਾ ਉਹਦੇ ਬਾਰੇ ਕੁਝ ਦੱਸ ਦਿਓ। ਹਾਲਾਂਕਿ ਪਿੱਛੇ ਜੇ ਪ੍ਰਿਯੰਕਾ ਗਾਂਧੀ ਦਾ ਬਿਆਨ ਆਇਆ ਸੀ ਜਿਹਦੇ 'ਚ ਉਹਨੇ ਕਿਹਾ ਕਿ 70 ਸਾਲਾਂ ਦੀਆਂ ਬਣਾਈ ਹੋਈ ਪੂੰਜੀ ਹੈ ਜਿਹੜੀ ਇਹਨਾਂ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਐਲਾਨ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਇਹੀ ਐਲਾਨ ਕੀਤਾ ਕਿ ਜਿਹੜੀ 70 ਸਾਲ ਅਸੀਂ ਬਣਾਉਣ 'ਚ ਲਗਾਤੇ ਸਾਰੇ, ਉਹ ਤੁਸੀਂ ਹੁਣ ਪ੍ਰਾਈਵੇਟਾਈਜੇਸ਼ਨ ਕਰਕੇ ਉਹਨਾਂ ਨੂੰ ਦੇ ਰਹੇ ਹੋ। ਤੁਸੀਂ ਭਾਵੇਂ ਇਹ ਕਹਿ ਰਹੇ ਨੇ ਕਿ ਅਸੀਂ ਉਹਦੇ ਤੋਂ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਇੰਨਾ ਕੁਝ ਮਿਲੇਗਾ, ਪਰ ਗੱਲ ਸੋਚਣ ਵਾਲੀ ਇਹ ਕਿ ਸਰਕਾਰ ਖੁਦ ਨੌਕਰੀਆਂ ਕਿਉਂ ਨਹੀਂ ਦੇ ਸਕਦੀ। ਬਿਲਕੁਲ ਨੌਕਰੀਆਂ ਤਾਂ ਬਿਲਕੁਲ ਦੇਖੋ ਜੀ, ਨੌਕਰੀਆਂ ਤਾਂ ਤੁਹਾਨੂੰ ਮੈਂ ਗੱਲ ਪਹਿਲਾਂ ਦੱਸ ਦਿੱਤੀ। ਅਸਲ ਦੇ ਵਿੱਚ ਕਹਾਣੀ ਇੱਥੇ ਵੀ ਫਸੀ ਹੋਈ ਆ ਕਿ ਰਾਹੁਲ ਗਾਂਧੀ ਨੇ ਤੇ ਪ੍ਰਿਯੰਕਾ ਗਾਂਧੀ ਨੇ ਉਹਦਾ ਵਿਰੋਧ ਜ਼ਰੂਰ ਕੀਤਾ, ਪਰ ਵਿਰੋਧੀ ਧਿਰਾਂ ਸਾਰੀਆਂ ਜਿਹੜੀਆਂ ਆ ਉਹ ਖਿੰਡਰੀਆਂ ਪੁੰਡਰੀਆਂ ਨੇ। ਬਿਲਕੁਲ ਇਹ ਇੱਕ ਅਜਿਹੀ ਸਰਕਾਰ ਆ ਜਿਹੜੀ 38% ਵੋਟਾਂ ਲੈ ਕੇ ਬਣ ਗਈ ਸੀ ਤੇ ਦੇਸ਼ ਦੇ ਵਿੱਚ ਵਿਰੋਧ ਜਿਹੜਾ ਆ, ਵਿਰੋਧੀ ਪਾਰਟੀਆਂ ਕੋਲ 62% ਵੋਟਾਂ ਨੇ, ਪਰ ਉਹ 62% ਜਿਹੜੇ ਉਹ ਖਿਲਰੇ ਹੋਏ ਨੇ। ਇਸੇ ਕਰਕੇ ਇਹਨਾਂ ਦਾ ਕੋਈ ਵਿਰੋਧ ਨਹੀਂ ਹੈ। ਜਦੋਂ ਰਾਹੁਲ ਗਾਂਧੀ ਨੇ ਦੱਸਿਆ ਕਿ ਤੁਸੀਂ ਇਹ ਸਾਰੀਆਂ ਚੀਜ਼ਾਂ ਵੇਚ ਰਹੇ ਹੋ ਤੇ ਉਹਨਾਂ ਨੇ ਫਿਰ ਜਿਹੜੀ ਅਗਲੀ ਗੱਲ ਕਰਦੇ ਉਹ ਹੋਰ ਵੀ ਮਜ਼ੇਦਾਰ ਆ ਤੇ ਉਹ ਹਾਸੇ ਵਾਲੀ ਵੀ ਆ। ਉਹ ਕਹਿੰਦੇ ਅਸੀਂ ਤਾਂ ਨਹੀਂ ਕਰ ਰਹੇ। 1991 ਦੇ ਵਿੱਚ ਮਨਮੋਹਨ ਸਿੰਘ ਤੋਂ ਵੀ ਪਹਿਲਾਂ ਨਰਸਿਮਹਾ ਰਾਓ ਨੇ ਪ੍ਰਾਈਵੇਟਾਈਜੇਸ਼ਨ ਦੀ ਸ਼ੁਰੂਆਤ ਕੀਤੀ ਸੀ। ਮਤਲਬ ਇਹ ਗੱਲ ਮੰਨਦੇ ਨੇ ਕਿ ਸ਼ੁਰੂਆਤ ਉਹਨਾਂ ਨੇ ਕੀਤੀ ਸੀ, ਅਸੀਂ ਇਹਨੂੰ ਅੱਗੇ ਵਧਾ ਰਹੇ ਹਾਂ। ਉਸ ਜ਼ਮਾਨੇ ਦੇ ਵਿੱਚ ਜਿਹੜੀ ਪ੍ਰਾਈਵੇਟਾਈਜੇਸ਼ਨ ਸੀ ਅਟਲ ਬਿਹਾਰੀ ਵਾਜਪੇਈ ਦੇ ਟਾਈਮ ਦੇ ਵਿੱਚ ਵੀ ਉਹ 24-25 ਹਜ਼ਾਰ ਕਰੋੜ ਤੱਕ ਕੁੱਲ ਪਹੁੰਚੀ ਸੀ। ਪਰ ਹੁਣ ਇਹਨਾਂ ਨੇ ਜਿਹੜੀ ਆ ਮੋਨੇਟਾਈਜੇਸ਼ਨ ਦੀ ਪਾਲਿਸੀ ਸ਼ੁਰੂ ਕੀਤੀ ਆ, ਉਹਦੇ ਵਿੱਚ ਜੇ ਮੈਂ ਤੁਹਾਨੂੰ ਥੋੜ੍ਹੇ ਜਿਹੇ ਫੈਕਟ ਦੱਸਾਂ, ਸੜਕਾਂ, 2 ਨੈਸ਼ਨਲ ਸਟੇਡੀਅਮ, 9 ਜਿਹੜੇ ਨੇ ਪੋਰਟਸ, ਬੰਦਰਗਾਹਾਂ ਜਿਨ੍ਹਾਂ ਨੂੰ ਕਹਿੰਦੇ ਨੇ, 40 ਤੋਂ ਜਾਂ 25 ਦੇ ਕਰੀਬ ਇੰਟਰਨੈਸ਼ਨਲ ਏਅਰਪੋਰਟਸ, ਫਿਰ ਤੁਹਾਡੀ ਕੋਈ 2-3 ਲੱਖ ਕਿਲੋਮੀਟਰ ਫਾਈਬਰ ਆਪਟਿਕਸ ਜਿਹੜੀ ਇੰਟਰਨੈਟ ਲਈ ਸਰਕਾਰ ਨੇ BSNL ਨੇ ਜਾਂ BBNL ਨੇ ਪਾਈ ਹੋਈ ਆ, ਉਹ ਸਾਰੀ ਦੀ ਸਾਰੀ ਜਿਹੜੀ ਅੱਗੋਂ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਗੱਲ ਕੀਤੀ ਆ। 400 ਰੇਲਵੇ ਸਟੇਸ਼ਨ ਤੇ ਰੇਲਵੇ ਦੀਆਂ ਕਈ ਕਲੋਨੀਆਂ, ਉਹ ਸਾਰੀਆਂ ਜਿਹੜੀਆਂ ਨੇ ਉਹ ਪ੍ਰਾਈਵੇਟ ਕਰਨ ਦੀਆਂ ਗੱਲ ਦੀ ਸਿੱਧੇ ਤੌਰ ਤੇ ਪ੍ਰਾਈਵੇਟ ਕਰਨ ਦੀ ਗੱਲ ਨਹੀਂ ਕੀਤੀ, ਉਹਨਾਂ ਨੂੰ ਠੇਕੇ ਤੇ ਦੇਣ ਦੀ ਗੱਲ ਕੀਤੀ ਆ। ਪਰ ਉਹ ਤੁਸੀਂ ਮੰਨੋ ਅੱਜ ਦੀ ਡੇਟ ਦੇ ਵਿੱਚ ਕਿ ਇਸ 26,000 ਕਿਲੋਮੀਟਰ ਦੀ ਸੜਕ ਦੇ ਉੱਤੇ ਜਦੋਂ ਇੱਕ ਸਰਕਾਰੀ ਕੰਪਨੀ ਨੂੰ 4 ਸਾਲ ਲਈ ਤੁਸੀਂ ਟੈਕਸ ਦੇ ਦਿੱਤਾ, ਕੀ 4 ਸਾਲ ਬਾਅਦ ਤੁਸੀਂ ਉਹ ਵਾਪਸ ਕਰੋਗੇ? ਜੀ ਬਿਲਕੁਲ। ਉਹ ਅਗਲੀ ਜਿਹੜੀ ਵੀ ਸਰਕਾਰ ਆਊਗੀ ਉਹ ਇਸੇ ਤਰੀਕੇ ਨਾਲ ਅੱਗੇ ਤੋਂ ਅੱਗੇ ਉਹਨਾਂ ਨੂੰ ਚੀਜ਼ਾਂ ਨੂੰ ਵਧਾਈ ਜਾਊਗੀ। ਬਿਲਕੁਲ। ਇੱਕ ਹੋਰ ਬੜੀ ਮਜ਼ੇਦਾਰ ਗੱਲ ਸੀਗੀ ਇਸੇ ਕੇਸ ਦੇ ਵਿੱਚ, ਇਸੇ ਤਰੀਕੇ ਦੀ ਜੇ ਗੱਲ ਕਰੀਏ, ਇਹਨਾਂ ਨੇ ਯੋਜਨਾ ਕਮਿਸ਼ਨ ਨੂੰ ਭੰਗ ਕਰਕੇ ਨੀਤੀ ਆਯੋਗ ਲੈ ਲਿਆ। ਨਾਮ ਬਦਲਣਾ ਇਹਨਾਂ ਨੂੰ ਬੜਾ ਚੰਗਾ ਲੱਗਦਾ ਤੇ ਬੜਾ ਭਾਉਂਦਾ ਇਹਨਾਂ ਨੂੰ ਇਸ ਕੰਮ, ਹਮੇਸ਼ਾ ਤੋਂ ਇਹੀ ਕੰਮ ਕਰਦੇ ਆਏ। ਇੱਕ ਖਾਸ ਤਰ੍ਹਾਂ ਦੀ ਮਾਨਸਿਕਤਾ ਨੂੰ ਲੈ ਕੇ ਇਹ ਸਰਕਾਰ ਕੰਮ ਕਰ ਰਹੀ ਆ। ਮੈਂ ਯੋਜਨਾ ਆਯੋਗ ਦੀ ਜੇ ਗੱਲ ਕਰਾਂ, 1950 ਦੇ ਬਾਅਦ ਜਦੋਂ ਸਰਕਾਰ ਬਣਦੀ ਆ, ਚੋਣਾਂ ਹੁੰਦੀਆਂ ਪਹਿਲੀ ਵਾਰ, ਤੇ ਉਦੋਂ ਦੀ ਸਰਕਾਰ ਨੇ, ਉਦੋਂ ਦੇ ਨੀਤੀ ਆਯੋਗ ਨੇ, ਉਦੋਂ ਦੇ ਯੋਜਨਾ ਕਮਿਸ਼ਨ ਨੇ ਭਾਰਤ ਦੇ ਵਿੱਚ 75 ਜ਼ਿਲ੍ਹਿਆਂ ਦੀ ਚੋਣ ਕੀਤੀ ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਕਿ ਬੜੇ ਗਰੀਬ ਜ਼ਿਲ੍ਹੇ ਨੇ।
ਤੇ ਤੁਸੀਂ ਸੋਚੋ ਕਿ 1950 ਦੇ ਵਿੱਚ ਉਹ ਜ਼ਿਲ੍ਹੇ 75 ਸੀ ਤੇ 2021 ਚੋਂ ਜ਼ਿਲ੍ਹਿਆਂ ਦੀ ਗਿਣਤੀ ਕਿੰਨੀ ਹੋਣੀ ਚਾਹੀਦੀ 70 ਸਾਲਾਂ ਦੇ ਵਿੱਚ ਜੇ ਅਸੀਂ ਉਹਨਾਂ ਜ਼ਿਲ੍ਹਿਆਂ ਨੂੰ ਸੁਧਾਰਨਾ ਹੁੰਦਾ ਜੀ। ਤੇ ਉਹ 1 ਸਾਲ ਦੇ ਵਿੱਚ ਇੱਕ ਵੀ ਸੁਧਾਰਿਆ ਹੁੰਦਾ ਤੇ ਹੁਣ ਤੱਕ 3-4 ਹੀ ਬਚਣੇ ਸੀ ਜੀ। ਜੇ ਅਸੀਂ ਇਸ ਗੱਲ ਨੂੰ ਟਾਰਗੇਟ ਹੀ ਰੱਖ ਲੈਂਦੇ ਕਿ ਉਦੋਂ 75 ਸੀ ਤੇ ਅਸੀਂ ਹੁਣ ਹਰ ਸਾਲ 'ਚ ਇੱਕ ਜ਼ਿਲ੍ਹੇ ਨੂੰ ਹੀ ਕਿਸੇ ਤਰੀਕੇ ਨਾਲ ਆਪਾਂ ਠੀਕ ਕਰ ਦਈਏ ਲੋਕਾਂ ਲਈ ਸਕੂਲ ਕਾਲਜ ਸੜਕਾਂ ਬਿਜਲੀ ਜਾਂ ਹੋਰ ਜਿੰਨੀਆਂ ਕੁ ਮੂਲ ਸਹੂਲਤਾਂ ਆ ਉਹਨਾਂ ਨੂੰ ਦੇ ਦਈਏ ਸਿੱਖਿਆ ਦੇ ਦਈਏ ਉਸ ਤੋਂ ਬਾਅਦ ਉਹਨਾਂ ਲੋਕਾਂ ਨੂੰ ਕਿਤੇ ਕੰਮ ਤੱਕ ਲੈ ਆਈਏ। ਅੱਜ ਤੁਸੀਂ ਹੈਰਾਨ ਹੋਵੋਗੇ ਉਹਨਾਂ ਜ਼ਿਲ੍ਹਿਆਂ ਦੀ ਗਿਣਤੀ 115 ਹੋ ਗਈ 70 ਸਾਲਾਂ ਦੇ ਵਿੱਚ ਅਸੀਂ ਗਰੀਬ ਜ਼ਿਲ੍ਹਿਆਂ ਦੀ ਗਿਣਤੀ ਜਿਹੜੀ ਆ ਉਹ 70 ਤੋਂ 72 ਤੋਂ 75 ਤੋਂ ਵਧਾ ਕੇ 115 ਕਰ ਲਈ ਆ ਤੇ ਹੁਣ ਇਹ ਕਹਿੰਦੇ ਨੇ ਕਿ ਅਸੀਂ ਮੋਨੇਟਾਈਜੇਸ਼ਨ ਕਰ ਰਹੇ ਹਾਂ। ਮੈਨੂੰ ਡਰ ਆ ਕਿ ਇਸ ਮੋਨੇਟਾਈਜੇਸ਼ਨ ਵਾਲੀ ਜਿਹੜਾ ਹਾਲ ਆ ਉਹ ਡੀਮੋਨੇਟਾਈਜੇਸ਼ਨ ਵਰਗਾ ਨਾ ਹੋਵੇ। ਇਹਨਾਂ ਨੇ ਪਿੱਛੇ ਜੇ ਨੋਟਬੰਦੀ ਵੀ ਕੀਤੀ ਸੀ ਉਹ ਵੀ ਇੱਕ ਨਵਾਂ ਨਾਮ ਸੀ ਤੇ ਮੋਨੇਟਾਈਜੇਸ਼ਨ ਵੀ ਨਵਾਂ ਨਾਮ ਆ। ਪਰਮਾਤਮਾ ਹੀ ਜਾਣਦਾ ਜੀ ਇਹਨਾਂ ਨੇ ਕੀ ਸੋਚਿਆ ਹੋਇਆ ਤੇ ਕੀ ਇਹਨਾਂ ਨੇ ਕਰਨਾ। ਜੀ ਬਿਲਕੁਲ ਕੁਦਰਤੀ ਅਸਾਸਿਆਂ ਨੂੰ ਦੇਣ ਦੀ ਬਜਾਏ ਪਤਾ ਲੱਗੇ ਕੱਲ ਨੂੰ ਦੇਸ਼ ਦੇ ਲੋਕ ਹੈ ਜਿਹੜੇ ਉਹਨਾਂ ਨੂੰ ਵੀ ਵੇਚਿਆ ਜਾ ਰਿਹਾ ਉਹਨਾਂ ਨੂੰ ਵੀ ਦਿੱਤਾ ਜਾ ਰਿਹਾ। ਸੋ ਅੰਮ੍ਰਿਤ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਕੱਲ ਅਸੀਂ ਫਿਰ ਤੋਂ ਨਵੀਆਂ ਖਬਰਾਂ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ।